ਸ਼੍ਰੀ ਨਾਨਕ ਪਦ ਪੰਕਜ ਬੰਦਨਾ, ਪਦ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨਾ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਧਾਰੋਂ ਧਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੱਖਨ ਯੋਗ ਮੰਤਰ ਗੁਰ ਕੇਰਾ। ਇਤ ਉਤ ਨਿਤ ਸੁਖ ਦੇਤ ਕਨੇਰਾ। ਹੋਏ ਸਿੱਖ ਜਪ ਕੰਠ ਨ ਕੀਨੋ, ਨਾਉ ਤਰੀਕ ਬੇਖ ਧਰ ਲੀਨੋ। ਸਿੱਖਨ ਯੋਗ ਮੰਤਰ ਗੁਰ ਕੇਰਾ। ਇਤ ਉਤ ਨਿਤ ਸੁਖ ਦੇਤ ਕਨੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜੁਗਹੁ ਜੁਗ ਅਟਲ। ਚਬਰ ਛਤਰ ਤਖਤ ਦੇ ਮਾਲਿਕ, ਹਲਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਦਸਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ, ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸ਼ੁਭਾਏਮਾਨ ਕਰਨਾ ਕੀਤਾ, ਗੁਰਤਾ ਗੱਦੀ ਅਰਪਣ ਕਰਨੀ ਕੀਤੀ ਹੈ। ਗੁਰਤਾ ਗੱਦੀ ਅਰਪਣ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਆਪ 3 ਪ੍ਰਦਖਣਾ ਕਰਨੀਆਂ ਕੀਤੀਆਂ। ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਮੱਥਾ ਟੇਕਿਆ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਿਹਾ, ਸਤਿਗੁਰੂ ਮਹਾਰਾਜ ਆਪ ਜੀ ਨੂੰ ਤਾਂ ਮੈਂ ਕੁਛ ਨਹੀਂ ਕਹਿ ਸਕਦਾ ਹਾਂ, ਲੇਕਿਨ ਆਪ ਜੀ ਨੇ ਇਹ ਸਰੀਰ ਦੇ ਉੱਤੇ ਜਿਹੜਾ ਹੈ ਇਹਦੇ ਅੱਗੇ ਆਪ ਜੀ ਨੇ ਮੱਥਾ ਟੇਕ ਦਿੱਤਾ। ਇਹ ਸਰੀਰ ਹੁਣ ਕਿਸੇ ਵੀ ਜੋਗਾ ਨਹੀਂ ਰਿਹਾ ਮਹਾਰਾਜ, ਇਹਨੂੰ ਮਰ ਜਾਣਾ ਚਾਹੀਦਾ। ਜਦੋਂ ਮਹਾਰਾਜ ਜੀ ਨੇ ਆਪਣੇ ਤਨ ਦੇ ਬਾਬਤ ਇੱਕ ਕਰੋਪੀ ਦਾ ਬਚਨ ਕੀਤਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਨਹੀਂ ਪੁਰਖਾ, ਇਹੋ ਜਿਹਾ ਬਚਨ ਦੁਬਾਰਾ ਨਹੀਂ ਕਰਨਾ, ਕਿਉਂਕਿ ਅੱਜ ਤੋਂ ਬਾਅਦ ਤੁਸੀਂ ਨਹੀਂ ਹੋ, ਤੁਹਾਡੇ ਅੰਦਰ ਗੁਰੂ ਜੋਤ ਬਿਰਾਜਮਾਨ ਹੈ। ਜੋ ਆਪ ਜੀ ਬਚਨ ਕਰੋਗੇ ਉਹ ਬਚਨ ਪੂਰਾ ਹੋ ਜਾਵੇਗਾ। ਇਸ ਕਰਕੇ ਇਹੋ ਜਿਹਾ ਬਚਨ ਉਚਾਰਨ ਨਹੀਂ ਕਰਨਾ ਹੈ। ਨਾਲ ਮਹਾਰਾਜ ਜੀ ਨੇ ਕਿਹਾ, ਅਸੀਂ ਆਪ ਜੀ ਦੇ ਸਰੀਰ ਨੂੰ ਮੱਥਾ ਨਹੀਂ ਟੇਕਿਆ, ਜੋ ਜੋਤ ਅਸੀਂ ਦਰਗਾਹ ਤੋਂ ਲੈ ਕੇ ਆਏ ਸੀ, ਤੁਰ ਦਰਗਾਹ ਤੋਂ ਆਪ ਨਾਰਾਇਣ ਕਲਾ ਤਹਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਆ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਉਹ ਜੋ ਜੋਤ ਲੈ ਕੇ ਆਏ, ਹੁਣ ਉਹ ਜੋਤ ਅਸਾਂ ਨੇ ਤੇ ਆਪ ਜੀ ਦੇ ਅੰਦਰ ਉਹਨੂੰ ਧਰ ਦਿੱਤੀ ਹੈ, ਆਪ ਜੀ ਦੇ ਅੰਦਰ ਉਹਨੂੰ ਟਿਕਾ ਦਿੱਤਾ। ਅਸੀਂ ਉਹ ਜੋਤ ਦੇ ਅੱਗੇ ਮੱਥਾ ਟੇਕ ਰਹੇ ਹਾਂ ਤੇ ਨਾਲ ਸਾਰਿਆਂ ਨੂੰ ਸਿੱਖਿਆ ਦੇਣ ਵਾਸਤੇ ਕਿ ਜਦੋਂ ਆਪ ਗੁਰੂ ਸਾਹਿਬ ਨੇ ਅਸਾਂ ਨੇ ਆਪ ਮੱਥਾ ਟੇਕ ਦਿੱਤਾ ਤੇ ਸੰਗਤਾਂ ਨੂੰ ਵੀ ਯਕੀਨ ਹੋ ਜਾਵੇਗਾ। ਉਹਨਾਂ ਨੇ ਕੋਈ ਤਰਕ ਨਹੀਂ ਕਰਨਾ, ਉਹਨਾਂ ਨੇ ਆਪ ਫਿਰ ਮੱਥਾ ਟੇਕਣਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਆਪ ਮੱਥਾ ਟੇਕ ਕਰਕੇ ਸੰਗਤਾਂ ਨੂੰ ਵੀ ਜਦੋਂ ਕਿਹਾ ਕਿ ਤੁਸੀਂ ਵੀ ਹੁਣ ਮੱਥਾ ਟੇਕਣਾ ਕਰੋ, ਸਭ ਤੋਂ ਪਹਿਲੇ ਜਿਹੜੇ ਮੋਹਰੀ ਸਿੱਖ ਸਨ, ਮੁਖੀ ਸਿੱਖ ਸਨ, ਬਾਬਾ ਬੁੱਢਾ ਸਾਹਿਬ ਜੀ ਆਦਿਕ, ਭਾਈ ਜੀਤਾ ਰੰਧਾਵਾ ਆਦਿਕ, ਔਰ ਵੀ ਜਿਹੜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ, ਉਹਨਾਂ ਨੇ ਮੱਥਾ ਟੇਕਣਾ ਕੀਤਾ। ਸੰਗਤਾਂ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਪੁੱਤਰਾਂ ਨੂੰ ਕਿਹਾ, ਤੁਸੀਂ ਕਿਉਂ ਪਿੱਛੇ ਰਹਿੰਦੇ ਹੋ, ਤੁਸੀਂ ਵੀ ਆਓ ਮੱਥਾ ਟੇਕਣਾ ਕਰੋ। ਉਹਨਾਂ ਨੇ ਪਿਆਰਿਓ ਫਿਰ ਤਰਕ ਕਰਦਿਆਂ ਹੋਇਆਂ ਕਹਿ ਦਿੱਤਾ, ਮਹਾਰਾਜ ਇਹ ਆਪਣਾ ਦਾਸ ਹੈ, ਗੁਰੂ ਘਰ ਦਾ ਸੇਵਕ ਹੈ, ਇਹਦੇ ਅੱਗੇ ਅਸੀਂ ਕਿਸ ਤਰ੍ਹਾਂ ਨੇ ਆਪ ਮੱਥਾ ਟੇਕ ਦਿੱਤਾ ਤੇ ਤੁਹਾਨੂੰ ਵੀ ਟੇਕਣਾ ਚਾਹੀਦਾ। ਉਹਨਾਂ ਨੇ ਇਨਕਾਰ ਕਰ ਦਿੱਤਾ, ਉੱਥੋਂ ਉੱਠ ਕੇ ਚੱਲ ਗਏ। ਫਿਰ ਬਾਅਦ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਗੁਰੂ ਕੀ ਬਾਣੀ ਦਾ, ਧੁਰ ਕੀ ਬਾਣੀ ਦਾ ਉਚਾਰਨ ਕਰਨਾ ਕੀਤਾ, ਉਹ ਪਿਆਰਿਓ ਵੱਖ-ਵੱਖ ਹਿੱਸਿਆਂ ਦੇ ਵਿੱਚ ਸੀ, ਵੱਖ-ਵੱਖ ਗ੍ਰੰਥਾਂ ਦੇ ਵਿੱਚ, ਪੋਥੀਆਂ ਦੇ ਵਿੱਚ ਮਹਾਰਾਜ ਜੀ ਦੀ ਬਾਣੀ ਦਰਜ ਸੀ। ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਬਚਨ ਕੀਤਾ ਕਿ ਆ ਕੇ ਪੁਰਖਾ, ਇਹ ਜੋ ਬਾਣੀ ਹੈ ਉਹਨੂੰ ਇਕੱਤਰ ਕਰਕੇ ਇੱਕ ਪੋਥੀ, ਇੱਕ ਜਿਲਦ ਦੇ ਵਿੱਚ ਇਹਦਾ ਤੁਸਾਂ ਨੇ ਸੰਕਲਿਤ ਕਰਨਾ ਹੈ, ਇਹਨੂੰ ਸੰਕਲਨ ਕਰਨਾ, ਇਹਨੂੰ ਇਕੱਤਰ ਕਰਨਾ। ਨਾਲ ਮਹਾਰਾਜ ਜੀ ਨੇ ਕਿਹਾ, ਜੋ ਵਾਧੂ ਜੋ ਸ਼ਬਦ ਹੈ ਧੁਰ ਕੀ ਬਾਣੀ ਦੇ, ਉਹਨੂੰ ਲੈ ਕਰਕੇ ਤੁਸੀਂ ਇੱਕ ਬਾਣੀ ਦੀ ਰਚਨਾ ਕਰਨਾ ਕਰੋ, ਇੱਕ ਬਾਣੀ ਦਾ ਰੂਪ, ਇੱਕ ਸਿਰਲੇਖ ਹੇਠ ਕੁਝ ਸ਼ਬਦਾਂ ਨੂੰ ਤੁਸੀਂ ਇਕੱਤਰ ਕਰਨਾ ਕਰੋ। ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜੋ ਸਤਿਗੁਰੂ ਮਹਾਰਾਜ ਜੀ ਦੀ ਧੁਰ ਕੀ ਬਾਣੀ ਹੈ,
ਪਿਆਰਿਓ ਸਾਨੂੰ ਯਾਦ ਰਹਿਣਾ ਚਾਹੀਦਾ ਕਿ ਇਸ ਤੋਂ ਪਹਿਲੇ ਸ਼੍ਰੀ ਜਪਜੀ ਸਾਹਿਬ ਦੀ ਜੋ ਪਾਵਨ ਬਾਣੀ ਹੈ ਉਹ ਵੱਖ-ਵੱਖ ਹਿੱਸਿਆਂ ਦੇ ਵਿੱਚ ਸੀ, ਵੱਖ-ਵੱਖ ਸ਼ਬਦਾਂ ਦੇ ਵਿੱਚ ਸੀ। ਮਹਾਰਾਜ ਜੀ ਨੇ ਜਦੋਂ ਆਗਿਆ ਕੀਤੀ, ਕਿਉਂਕਿ ਆਪਾਂ ਪੜ੍ਹਦੇ ਹਾਂ ਕਈ ਪਿਆਰਿਓ ਕਹਿ ਦਿੰਦੇ ਹਨ ਉਹਨਾਂ ਦੀ ਆਪਣੀ ਨਿਜਮਤ ਹੈ ਕਿ ਜਪਜੀ ਸਾਹਿਬ ਪੂਰੀ ਜਿਹੜੀ ਬਾਣੀ ਹੈ ਮਹਾਰਾਜ ਜੀ ਨੇ ਸਿੱਧਾਂ ਪ੍ਰਤੀ ਉਚਾਰਨ ਕੀਤਾ ਜਾਂ ਇੱਕ ਥਾਂ ਤੇ ਬੈਠ ਕਰਕੇ ਉਚਾਰਨ ਕੀਤਾ। ਨਹੀਂ ਪਿਆਰਿਓ, ਜਦੋਂ ਆਪਾਂ ਇਤਿਹਾਸਕ ਤੌਰ ਤੇ ਇਹਦੀ ਪੜਚੋਲਣਾ ਕਰਦੇ ਹਾਂ ਜਾਂ ਸ਼ਬਦਾਂ ਦੀ ਆਪਾਂ ਵਿਚਾਰ ਕਰਦੇ ਹਾਂ ਤਾਂ ਇਹ ਲੱਗਦਾ ਕਿ ਇਹ ਬਾਣੀ ਹੈ ਕਈ ਥਾਵਾਂ ਤੇ ਕਦੇ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ, ਕਦੇ ਸੱਚਖੰਡ ਦੇ ਵਿੱਚ ਤੇ ਕਦੇ ਮਹਾਰਾਜ ਜੀ ਨੇ ਬਗਦਾਦ ਆਦਿ ਇਲਾਕਿਆਂ ਦੇ ਵਿੱਚ ਇਹ ਬਾਣੀ ਦਾ ਉਚਾਰਨ ਕੀਤਾ। ਉਹ ਬਾਣੀ ਦੇ ਵੱਖ-ਵੱਖ ਸ਼ਬਦਾਂ ਨੂੰ ਲੈ ਕਰਕੇ ਇੱਕ ਬਾਣੀ ਦਾ ਰੂਪ ਜਿਹੜਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਦਿੱਤਾ ਤੇ ਫਿਰ ਉਹ ਬਾਣੀ ਇਕੱਤਰ ਕਰਕੇ ਮਹਾਰਾਜ ਜੀ ਦੇ ਕੋਲ ਲੈ ਕੇ ਆਏ ਤੇ ਕਿਹਾ, ਸਤਿਗੁਰੂ ਮਹਾਰਾਜ ਹੁਣ ਆਪ ਜੀ ਮੋਹਰ ਲਾਓ, ਆਪਣੀ ਛਾਪ ਲਾਓ, ਇਸ ਬਾਣੀ ਨੂੰ ਆਪ ਜੀ ਕੋਈ ਪਾਵਨ ਨਾਮ ਦੇਣਾ ਕਰੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਹ ਬਾਣੀ ਜਿਹੜੀ ਹੈ ਇਹ ਜਪ ਸਾਹਿਬ ਹੋਵੇਗੀ। ਜਪ ਮਹਾਰਾਜ ਜੀ ਨੇ ਮੋਹਰ ਲਾਈ ਹੈ। ਆਪਾਂ ਸਤਿਕਾਰ ਦੇ ਨਾਲ ਜਪਜੀ ਸਾਹਿਬ ਬੋਲਦੇ ਆ ਤੇ ਕਈ ਪੁਰਾਤਨ ਗ੍ਰੰਥਾਂ ਦੇ ਵਿੱਚ ਜਪ ਨਿਸ਼ਾਨ ਹੈ, ਲੇਕਿਨ ਅਸਲ ਦੇ ਵਿੱਚ ਬਾਣੀ ਦਾ ਨਾਮ ਹੈ ਜਪ। ਇਹ ਸਤਿਗੁਰੂ ਮਹਾਰਾਜ ਜੀ ਨੇ ਇਸ ਨਾਮ ਦੇ ਹੇਠ ਬਾਣੀ ਨੂੰ ਉਚਾਰਨ ਕਰਨਾ ਕੀਤਾ, ਭਾਵ ਕਿ ਇਹ ਬਾਣੀ ਦੀ ਰਚਨਾ ਕੀਤੀ ਹੈ ਵੱਖ-ਵੱਖ ਸ਼ਬਦਾਂ ਨੂੰ। ਬੇਸ਼ੱਕ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਸਨ, ਲੇਕਿਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਮਹਾਰਾਜ ਜੀ ਨੇ ਇਹਨੂੰ ਬਾਣੀ ਦਾ ਰੂਪ ਦਿੱਤਾ ਤੇ ਫਿਰ ਬਾਣੀ ਦਾ ਸਿਰਲੇਖ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੋਹਰ ਲਾ ਕਰਕੇ ਕਹਿ ਦਿੱਤਾ ਕਿ ਇਹ ਬਾਣੀ ਜਪਜੀ ਸਾਹਿਬ ਹੋਵੇਗੀ। ਫਿਰ ਮਹਾਰਾਜ ਜੀ ਨੇ ਇਹਦੀ ਮਹਾਨਤਾ ਦਾ ਉਚਾਰਨ ਕੀਤਾ, ਕਿਹਾ ਕਿ ਭਾਈ ਇਹ ਰੋਜ਼ ਇਹਦਾ ਜਾਪ ਕਰਨਾ ਚਾਹੀਦਾ, ਅੰਮ੍ਰਿਤ ਵੇਲੇ ਉੱਠ ਕਰਕੇ 9 ਨਿਧੀਆਂ 18 ਸਿੱਧੀਆਂ ਦੀ ਪ੍ਰਾਪਤੀ ਹੋ ਜਾਵੇਗੀ। ਨਿਸ਼ਕਾਮ ਭਾਵਨਾ ਦੇ ਨਾਲ ਜਿਹੜਾ ਵੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇਗਾ ਉਹਨੂੰ ਤੁਰ ਦਰਗਾਹ ਦੀ ਪ੍ਰਾਪਤੀ ਹੋਵੇਗੀ। ਜਿਹਨੂੰ ਕੋਈ ਜਾਦੂ ਟੂਣਾ ਤੰਤਰ ਮੰਤਰ ਜੰਤਰ ਲੱਗ ਜਾਵੇ, ਭੂਤ ਪ੍ਰੇਤ ਆਦਿਕ ਦਾ ਜਿਹੜਾ ਸਾਇਆ ਲੱਗ ਜਾਵੇ, ਇਹ ਓਪਰੀਆਂ ਛਾਵਾਂ ਜਦੋਂ ਬੰਦੇ ਨੂੰ ਚਿਮੜ ਜਾਣ ਤਾਂ ਵੀ ਮਹਾਰਾਜ ਜੀ ਨੇ ਕਿਹਾ ਜਿਹੜਾ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ ਵੱਧ ਤੋਂ ਵੱਧ ਖੁਦ ਬਾ ਖੁਦ ਇਹ ਜੋ ਆਸੁਰੀ ਸੰਪਦਾਵਾਂ, ਇਹ ਜੋ ਉਪਰੀਆਂ ਛਾਵਾਂ ਜਿਹੜੀਆਂ ਹਨ ਭੂਤ ਪ੍ਰੇਤ ਆਦਿਕ ਤੰਤਰ ਮੰਤਰ ਆਦਿਕ, ਇਹਨਾਂ ਦਾ ਛੁਟਕਾਰਾ ਹੋ ਜਾਵੇਗਾ। ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਪਿਆਰਿਓ ਆਪਣੀ ਬਾਣੀ ਦੀ ਵਡਿਆਈ ਕੀਤੀ ਹੈ। ਇੱਥੋਂ ਤੱਕ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਹ ਪਾਵਨ ਇਤਿਹਾਸ ਇਹਨੂੰ ਸਰਵਣ ਕੀਤਾ ਸੀ। ਆਓ ਪਿਆਰਿਓ ਅਗਲੀ ਜੋ ਕਥਾ ਆਉਣ ਵਾਲੀ ਸਹਿਤ ਉਚਾਰਨ ਕਰਨਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੱਖਨ ਯੋਗ ਮੰਤਰ ਗੁਰ ਕੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਜਪਜੀ ਸਾਹਿਬ ਦੀ ਮਹਾਨਤਾ ਦਾ ਉਚਾਰਨ ਕਰਨਾ ਕੀਤਾ, ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਬਾਣੀ ਦੀ ਮਹਾਨਤਾ ਦੱਸਦੇ ਹਨ। ਉਹ ਉਚਾਰਨ ਕਰਦੇ ਕਿ ਇਹ ਸਿੱਖਾਂ ਦੇ ਵਾਸਤੇ ਯੋਗ ਮੰਤਰ ਹੈ, ਇਹ ਗੁਰੂ का ਮੰਤਰ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਜੋ ਬਾਣੀ ਹੈ ਇੱਕ ਇੱਕ ਸ਼ਬਦ ਜਿਹੜਾ ਇਹ ਗੁਰਮੰਤਰ ਹੈ। ਗੁਰਮੰਤਰ ਹੀਣਾ ਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨ ਹੈ, ਕੂਕ ਰਹਿ ਸੂਕ ਰਹਿ ਗਰਦ ਬਹਿ ਕਾਕ ਹੈ ਸਲਪ ਨ ਤੁਲ ਖਲ ਹੈ। ਕਿ ਜਿਹੜਾ ਗੁਰਮੰਤਰ ਤੋਂ ਹੀਣਾ ਰਹਿ ਜਾਂਦਾ ਉਹਦਾ ਜਨਮ ਤ੍ਰਿਗਾਕਾਰ ਹੈ। ਉਹ ਨਿਖਿੱਧ ਯੋਨੀਆਂ ਦੇ ਵਿੱਚ ਜਿਸ ਤਰ੍ਹਾਂ ਕੁੱਤਾ ਹੁੰਦਾ, ਸੂਰ, ਸੱਪ, ਖਲ ਆਦਿਕ, ਮੂਰਖ ਆਦਿਕ, ਇਸ ਤਰ੍ਹਾਂ ਦਾ ਉਹ ਜੀਵਨ ਆਪਣਾ ਯਾਪਨ ਕਰਦਾ।
ਇਸ ਕਰਕੇ ਕਵੀ ਰਾਜ ਜੀ ਕਹਿੰਦੇ ਹਨ ਕਿ ਜਪਜੀ ਸਾਹਿਬ ਜਿਹੜੀ ਹੈ ਇਹ ਯੋਗ ਮੰਤਰ ਦੀ ਬਾਣੀ ਹੈ। ਇਹ ਸਤਿਗੁਰੂ ਮਹਾਰਾਜ ਜੀ ਦਾ ਮੰਤਰ ਰੂਪ ਜਿਹੜਾ ਹੈ ਇਹ ਬਾਣੀ ਦਾ ਰੂਪ ਹੈ। ਮੰਤਰ ਦਾ ਭਾਵ ਹੁੰਦਾ ਹੈ ਜਿਹਦਾ ਜਾਪ ਕਰਨ ਦੇ ਨਾਲ ਮਨ ਭਾਵ ਕੇ ਮਨ ਨਾਸ਼ ਹੋ ਜਾਵੇ, ਮਨ ਦੀ ਵਾਸ਼ਨਾ ਜਿਹੜੀ ਹੈ ਖਤਮ ਹੋ ਜਾਵੇ, ਉਹਨੂੰ ਮੰਤਰ ਬੋਲਦੇ ਹਨ। ਤੇ ਇਹ ਜੋ ਬਾਣੀ ਹੈ ਜਪਜੀ ਸਾਹਿਬ ਦੀ, ਜਦੋਂ ਆਪਾਂ ਇਹਦਾ ਜਾਪ ਕਰਦੇ ਹਾਂ ਇਹਦੇ ਨਾਲ ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਖਤਮ ਹੋ ਜਾਂਦੀਆਂ। ਇਤ ਉਤ ਨਿਤ ਸੁਖ ਦੇਤ ਘਨੇਰਾ। ਇਹ ਬਾਣੀ ਜਿਹੜੀ ਹੈ ਜਿਹੜਾ ਵੀ ਇਹ ਬਾਣੀ ਦਾ ਜਾਪ ਕਰਦਾ ਐਥੈ ਉਥੈ ਰਖਵਾਲਾ। ਇਹ ਬਾਣੀ ਲੋਕ ਤੇ ਪਰਲੋਕ ਦੇ ਵਿੱਚ ਸਿੱਖ ਦੀ ਸਹਾਇਤਾ ਕਰਦੀ ਹੈ ਤੇ ਨਾਲ ਸੁਖ ਦਾਤੀ ਇਹ ਬਾਣੀ ਹੈ। ਹੋਏ ਸਿੱਖ ਜਪ ਕੰਠ ਨ ਕੀਨੋ। ਹੁਣ ਕਵੀ ਰਾਜ ਜੀ ਬੜਾ ਪਿਆਰਾ ਇਹ ਬਚਨ ਕਰਦੇ ਹਨ ਤੇ ਜਿਹੜਾ ਸਿੱਖ ਬਣ ਜਾਵੇ, ਜਿਹੜਾ ਕਹਿ ਦਵੇ ਕਿ ਮੈਂ ਭਾਈ ਗੁਰੂ ਕਾ ਸਿੱਖ ਹਾਂ, ਹੋ ਸਕਦਾ ਉਹ ਬਾਰੀ ਭੇਖ ਵੀ ਧਾਰਨ ਕਰਨਾ ਕਰੇ, ਸਿੱਖੀ ਦਾ ਲਿਬਾਸ ਕਕਾਰਾਂ ਦੀ ਰਹਿਤ ਉਹ ਰੱਖਣਾ ਕਰੇ। ਨਾਉ ਧਰੀਕ ਬੇਖ ਤਰ ਲੀਨੋ। ਹੋਏ ਸਿੱਖ ਜਪ ਕੰਠ ਨ ਕੀਨੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਬੇਸ਼ੱਕ ਕੋਈ ਕਹਿ ਦਵੇ ਕਿ ਹਾਂ ਜੀ ਮੈਂ ਗੁਰੂ ਕਾ ਸਿੱਖ ਹਾਂ, ਨਾਮ ਸਿੱਖ ਅਖਵਾ ਲਵੇ, ਸਿੱਖਾਂ ਦੀ ਰਹੁ ਰੀਤੀ ਨੂੰ ਅਪਣਾ ਲਵੇ, ਲੇਕਿਨ ਆਪਾਂ ਜਦੋਂ ਉਹਨੂੰ ਪੁੱਛਦੇ ਹਾਂ ਕਿ ਭਾਈ ਤੂੰ ਗੁਰੂ ਕਾ ਸਿੱਖ ਅਖਵਾਉਂਦਾ ਹੈ, ਬਾਰੀ ਤਾਂ ਵਧੀਆ ਤੂਨੇ ਪਹਿਰਾਵਾ ਪਾਉਣਾ ਕੀਤਾ, ਕਕਾਰਾਂ ਦੀ ਰਹਿਤ ਵੀ ਤੂਨੇ ਰੱਖਣੀ ਕੀਤੀ, ਕੀ ਤੈਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੈ? ਤੇ ਅੱਗੋਂ ਉਹ ਕਹਿ ਦਵੇ ਕਿ ਨਹੀਂ ਜੀ ਮੈਨੂੰ ਜਪਜੀ ਸਾਹਿਬ ਦਾ ਪਾਠ ਯਾਦ ਨਹੀਂ ਹੈ, ਇਹ ਬਾਣੀ ਮੈਨੂੰ ਕੰਠ ਨਹੀਂ ਹੈ। ਨਾਉ ਧਰੀਕ ਬੇਖ ਤਰ ਲੀਨੋ। ਕਵੀ ਰਾਜ ਜੀ ਕਹਿੰਦੇ ਹਨ ਇਸ ਤਰ੍ਹਾਂ ਦਾ ਜਿਹੜਾ ਬੰਦਾ ਉਹ ਸਿਰਫ ਨਾਮ ਮਾਤਰ ਦਾ ਸਿੱਖ ਹੈ, ਉਹਨੇ ਸਿੱਖੀ ਦਾ ਲਿਬਾਸ ਧਾਰਨ ਕਰਨਾ ਕੀਤਾ, ਭੇਖ ਧਾਰਨ ਕਰਨਾ ਕੀਤਾ, ਲੇਕਿਨ ਅੰਦਰੋਂ ਉਹਦੇ ਅੰਦਰ ਸਿੱਖੀ ਨੇ ਪ੍ਰਵੇਸ਼ ਨਹੀਂ ਕੀਤਾ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸਾਖੀ ਆਪ ਨੂੰ ਪਤਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਖੋਤੇ ਦੇ ਉੱਤੇ ਸ਼ੇਰ ਦੀ ਖਲ ਪਾ ਦਿੱਤੀ ਸੀ ਤੇ ਉਹਨੂੰ ਸਾਖੀ ਤਾਂ ਬਹੁਤ ਵੱਡੀ ਹੈ ਲੇਕਿਨ ਟੂਕ ਮਾਤਰ ਸਮਝਣ ਦੇ ਵਾਸਤੇ, ਤੇ ਜਦੋਂ ਉਹਨੂੰ ਸ਼ਹਿਰ ਦੇ ਵਿੱਚ ਛੱਡ ਦਿੱਤਾ ਗਿਆ ਸਾਰੇ ਡਰ ਗਏ, ਭੈਭੀਤ ਹੋ ਗਏ, ਉਹਨਾਂ ਨੂੰ ਭੁਲੇਖਾ ਲੱਗ ਗਿਆ ਕਿ ਸ਼ੇਰ ਆ ਗਿਆ, ਦੌੜ ਗਏ। ਲੇਕਿਨ ਜਦੋਂ ਉਹਦਾ ਪਾਜ ਉਗੜ ਗਿਆ, ਅੰਦਰੋਂ ਜਦੋਂ ਖੋਤਾ ਜਦੋਂ ਹੀਂਗਣ ਲੱਗ ਪਿਆ ਤੇ ਉਸੇ ਵੇਲੇ ਉਹਦੇ ਮਾਲਕ ਨੇ 2-4 ਚਪੇੜੀ ਲੋਕ ਜਿਹੜੇ ਹਨ ਬਹੁਤ ਜ਼ਿਆਦੇ ਸੰਸਾਰ ਦੇ ਵਿੱਚ ਆਪ ਨੂੰ ਨਜ਼ਰ ਆਉਣਗੇ। ਅੰਦਰ ਖਾਤੇ ਤਾਂ ਖੋਤੇ ਦੀ ਬਿਰਤੀ ਹੋਵੇਗੀ, ਬਾਹਰੋਂ ਸ਼ੇਰਾਂ ਦਾ ਲਿਬਾਸ ਧਾਰਨ ਕਰਨਾ ਕੀਤਾ। ਅੰਦਰ ਖਾਤੇ ਤਾਂ ਮਨਮਤੀਏ ਹੋਣਗੇ, ਅੰਦਰ ਖਾਤੇ ਤਾਂ ਸਿੱਖੀ ਦਾ ਕੋਈ ਲੈਣਾ ਦੇਣਾ ਨਹੀਂ ਹੋਵੇਗਾ, ਲੇਕਿਨ ਬਾਹਰੀ ਤੌਰ ਤੇ ਆਪਣੇ ਆਪ ਨੂੰ ਸਿੱਖ ਅਖਵਾਉਣਗੇ। ਇਹੋ ਜਿਹੇ ਇਹ ਕੋਰੇ ਝੂਠੇ ਸਿੱਖ ਹਨ, ਭਾਵ ਕਿ ਜਿਨ੍ਹਾਂ ਨੇ ਅੰਦਰੋਂ ਸਿੱਖੀ ਦਾ ਧਾਰਨ ਨਹੀਂ ਕਰਨਾ ਕੀਤਾ। ਇੱਥੇ ਕਵੀ ਰਾਜ ਜੀ ਕਹਿੰਦੇ ਹਨ ਜਿਹਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਹੈ, ਸਮਝ ਲਿਓ ਕਿ ਉਹ ਥੋਥਾ ਸਿੱਖ ਹੈ, ਉਹ ਸਿਰਫ ਭੇਖ ਧਾਰੀ ਭੇਖੀਆ ਸਿੱਖ ਹੈ। ਤੇ ਕਿਸੇ ਵਿਦਵਾਨ ਨੇ ਇਹ ਵੀ ਬਚਨ ਕੀਤਾ ਕਿ ਸਿੱਖ ਗੁਰੂ ਕਾ ਹੋਇ ਗਇਓ ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੋਹਿ ਕਾਮ ਕਹਿ ਨਹਿਫਲ ਜਨਮ ਤਿਸ ਕੀਨ। ਤੇ ਉਹਨਾਂ ਨੇ ਇਹ ਬਚਨ ਕੀਤਾ ਕਿ ਭਾਈ ਤੂੰ ਤਾਂ ਗੁਰੂ ਕਾ ਸਿੱਖ ਬਣ ਗਿਆ, ਆਪਣੇ ਆਪ ਨੂੰ ਅਖਾਉਂਦਾ ਵੀ ਹੈ ਕਿ ਮੈਂ ਗੁਰੂ ਕਾ ਸਿੱਖ ਹਾਂ, ਢਿੰਡੋਰਾ ਵੀ ਪਿੜਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਲੇਕਿਨ ਭਾਈ ਤੈਨੂੰ ਜਪਜੀ ਸਾਹਿਬ ਦਾ ਪਾਠ ਕੰਠ ਨਹੀਂ ਹੈ, ਜਪਜੀ ਸਾਹਿਬ ਤੈਨੂੰ ਮੂੰਹ ਜ਼ਬਾਨੀ ਯਾਦ ਨਹੀਂ ਹੈ, ਤੇਰੀ ਤਾਂ ਹਾਲ ਇਸ ਤਰ੍ਹਾਂ ਹੈ ਤੰਦੁਲ ਬਿਨ ਤੋਹਿ ਕਾਮ ਕਹਿ ਨਹਿਫਲ ਜਨਮ ਤਿਸ ਚੀਨ, ਕਿ ਜਿਸ ਤਰ੍ਹਾਂ ਆਪ ਜੀ ਵੇਖਦੇ ਹੋ ਤੇ ਜਿਹੜੀ ਧਾਨ ਹੁੰਦੀ ਹੈ, ਧਾਨ ਦੇ ਵਿੱਚੋਂ ਪਿਆਰਿਓ ਉਹਦਾ ਜਿਹੜਾ ਖੋਲ ਹੁੰਦਾ, ਖੋਖਾ ਹੁੰਦਾ, ਉਹਦੇ ਅੰਦਰੋਂ ਜੇ ਆਪ ਜੀ ਚਾਵਲ ਕੱਢ ਦਿਓ ਤੇ ਉਹ ਜਿਹੜਾ ਹੈ ਤੁਖ, ਜਿਹੜਾ ਉਹਨੂੰ ਤੁਖ ਬੋਲਦੇ, ਤੋ ਬੋਲਦੇ, ਤੇ ਉਹ ਫਿਰ ਕਿਸੇ ਕੰਮ ਦਾ ਨਹੀਂ ਹੁੰਦਾ। ਆਪਾਂ ਕੀ ਕਰਦੇ ਆ, ਉਹਨੂੰ ਸੁੱਟ ਦਿੰਦੇ ਆ। ਲੇਕਿਨ ਉਹੀ ਧਾਨ ਜਿਹੜਾ ਪਿਆਰਿਓ, ਧਾਨ ਦੇ ਅੰਦਰ ਜਦੋਂ ਚੌਲ ਹੋਵੇ ਉਹਨੂੰ ਆਪਾਂ ਨਹੀਂ ਸੁੱਟਦੇ ਆ ਕਿਉਂਕਿ ਉਹ ਬੇਸ਼ਕੀਮਤੀ ਹੁੰਦਾ। ਲੇਕਿਨ ਇੱਕ ਵਾਰੀ ਉਹਦੇ ਅੰਦਰ ਜਿਹੜਾ ਅੰਦਰੋਂ ਚੌਲ ਕੱਢ ਦਿਓ, ਉਹ ਛਿੱਲੜ ਜਿਹੜਾ ਹੈ
ਉਹਨੂੰ ਆਪਾਂ ਸੁੱਟ ਦਿੰਦੇ ਆ। ਕਹਿੰਦੇ ਪਿਆਰਿਓ, ਇੱਕ ਵਾਰੀ ਇੱਕ ਬੰਦਾ ਜਿਹੜਾ ਹੈ ਉਹਨੇ ਕੀ ਕਰਨਾ ਕੀਤਾ, ਬਦਾਮ ਦੇ ਦੁਕਾਨ ਦੇ ਉੱਤੇ ਜਾ ਕਰਕੇ ਉਹ ਬਦਾਮ ਖਰੀਦ ਕੇ ਲੈ ਕੇ ਆਇਆ। ਤੇ ਬਦਾਮ ਤਾਂ ਉਹਨੇ ਬਹੁਤ ਜ਼ਿਆਦਾ ਖਰੀਦ ਲਏ। ਤੇ ਬਦਾਮ ਆਮ ਆਪਾਂ ਵੇਖਦੇ ਹਾਂ ਕਿ ਬਦਾਮ ਦੀਆਂ ਗਿਰੀਆਂ ਮਿਲਦੀਆਂ, ਲੇਕਿਨ ਪਿਆਰਿਓ ਸਾਬਤ ਵੀ ਬਦਾਮ ਮਿਲਦੇ ਹਨ। ਉਹਨੂੰ ਫੋੜ ਕਰਕੇ ਗਿਰੀ ਨੂੰ ਬਾਹਰ ਆਪਾਂ ਕੱਢਦੇ ਹਾਂ। ਕਈ ਵਾਰੀ ਆਪਨੇ ਵੇਖਿਆ ਵੀ ਹੋਵੇਗਾ। ਤੇ ਉਹਦੇ ਜਿਹੜੇ ਹਨ ਟਰਫਲੇ ਜਿਹੜੇ ਹੁੰਦੇ ਉਹਦੇ ਨਾਲ ਬਦਾਮ ਹੁੰਦੇ, ਉਹ ਲੈ ਕੇ ਆ ਗਿਆ, ਤੋਲ ਕਰਕੇ ਗਿਣਤੀ ਕਰਕੇ ਮਾਇਆ ਦੇ ਕਰਕੇ ਘਰ ਦੇ ਵਿੱਚ ਲਿਆ ਕਰਕੇ ਉਹਨੇ ਪਿਆਰਿਓ ਅੰਦਰੋਂ ਸਾਰੇ ਬਦਾਮ ਕੱਢ ਦਿੱਤੇ। ਤੇ ਬਦਾਮ ਕੱਢ ਕਰਕੇ ਉਤੋਂ ਦਾ ਜਿਹੜਾ ਖੋਲ ਜਿਹੜਾ ਸੀ, ਉਤੋਂ ਦੀਆਂ ਛਿੱਲੜਾਂ ਜਿਹੜੀਆਂ ਉਹ ਫਿਰ ਲੈ ਕਰਕੇ ਇੱਕ ਬੋਰੇ ਦੇ ਵਿੱਚ ਬੰਨ ਕਰਕੇ ਦੁਕਾਨਦਾਰ ਦੇ ਕੋਲ ਚੱਲ ਗਿਆ ਤੇ ਕਹਿੰਦਾ ਕਿ ਭਾਈ ਇਹ ਮੈਨੂੰ ਨਹੀਂ ਚਾਹੀਦਾ, ਇਹ ਤੂੰ ਵਾਪਸ ਕਰ ਲੈ। ਉਹਨੇ ਜਦੋਂ ਖੋਲ ਕੇ ਵੇਖਿਆ ਕਿ ਭਾਈ ਅੰਦਰੋਂ ਤਾਂ ਇਹਨੇ ਬਦਾਮ ਕੱਢ ਲਏ, ਸਿਰਫ ਇਹ ਬਾਰੀ ਜਿਹੜਾ ਖੋਲ ਜਿਹੜਾ ਹੈ ਇਹਦੇ ਟਰਫਲੇ ਜਿਹੜੇ ਹਨ ਉਹ ਲਿਆ ਕਰਕੇ ਇਹ ਵਾਪਸ ਕਰ ਰਿਹਾ। ਉਹਨੇ ਕਿਹਾ ਕਿ ਭਲਿਆ ਇਹ ਮੈਂ ਕਿਸ ਤਰ੍ਹਾਂ ਖਰੀਦ ਸਕਦਾ ਹਾਂ, ਕਿਉਂਕਿ ਅੰਦਰੋਂ ਤਾਂ ਬਦਾਮ ਤੂਨੇ ਕੱਢ ਲਏ। ਉਹ ਕਹਿਣ ਲੱਗਾ ਕਿ ਭਾਈ ਬੇਸ਼ੱਕ ਮੈਨੇ ਬਦਾਮ ਕੱਢ ਲਏ, ਲੇਕਿਨ ਤੂਨੇ ਜਦੋਂ ਗਿਣਤੀ ਕੀਤੀ ਸੀ ਨਾ, ਸਿਰਫ ਬਦਾਮਾਂ ਦੀ ਥੋੜੀ ਕਰਨੀ ਕੀਤੀ ਗਿਣਤੀ, ਉਹਦੇ ਨਾਲ ਜਿਹੜੇ ਹਨ ਇਹ ਕੁੱਖ ਜਿਹੜਾ ਹੈ ਇਹਦੇ ਟਰਫਲੇ ਜਿਹੜੇ ਹਨ ਉਹਦੀ ਵੀ ਤਾਂ ਤੂਨੇ ਗਿਣਤੀ ਕਰਨੀ ਕੀਤੀ। ਬੇਸ਼ੱਕ ਮੈਨੇ ਬਦਾਮ ਕੱਢ ਲਏ, ਲੇਕਿਨ ਆ ਜਿਹੜਾ ਤੁਖ ਜਿਹੜਾ ਇਹਦਾ ਇਹ ਮੈਨੂੰ ਨਹੀਂ ਚਾਹੀਦਾ, ਉਹ ਤੂੰ ਰੱਖ ਲੈ। ਉਹਨੇ ਫਿਰ ਸਮਝਾਇਆ ਕਿ ਭਲਿਆ ਕਿ ਜਦੋਂ ਤੱਕ ਇਹਦੇ ਅੰਦਰ ਬਦਾਮ ਸੀ ਤੇ ਇਹਦੀ ਕਦਰ ਸੀ, ਇਹਦੀ ਕੀਮਤ ਸੀ। ਹੁਣ ਇਹਦੇ ਅੰਦਰੋਂ ਜਦੋਂ ਤੂਨੇ ਬਦਾਮ ਕੱਢ ਲੈਣੇ ਕੀਤੇ, ਫਿਰ ਇਹ ਬੇਦਾਮ ਹੋ ਗਏ, ਭਾਵ ਕਿ ਇਹਦਾ ਹੁਣ ਕੋਈ ਮੁੱਲ ਨਹੀਂ ਰਿਹਾ। ਜਦੋਂ ਤੱਕ ਇਹ ਅੰਦਰ ਸੀ ਨਾ ਬਦਾਮ, ਉਦੋਂ ਤੱਕ ਉਹਦੀ ਤੁਖ ਜਿਹੜੀ ਹੈ, ਉਹਦੀਆਂ ਛਿੱਲੜਾਂ ਜਿਹੜੀਆਂ ਹਨ ਉਹਦੀ ਵੀ ਕਦਰ ਹੁੰਦੀ ਹੈ। ਉਹਨੂੰ ਵੀ ਪਿਆਰਿਓ ਆਪਾਂ ਨੂੰ ਜ਼ਬਰਦਸਤੀ ਖਰੀਦਣਾ ਪੈਂਦਾ, ਲੇਕਿਨ ਇੱਕ ਵਾਰੀ ਅੰਦਰ ਦਾ ਸਾਰ ਨਿਕਲ ਜਾਵੇ, ਬਦਾਮ ਨਿਕਲ ਜਾਵੇ, ਤਾਂ ਫਿਰ ਉਹਦੀਆਂ ਛਿੱਲੜਾਂ ਜਿਹੜੀਆਂ ਹਨ ਬੇਦਾਮ ਹੋ ਜਾਂਦੀ ਹੈ। ਉਹਦੀ ਕੋਈ ਅਖਵਾਉਂਦੇ ਹਨ, ਵੱਡੀ ਸਾਰੀ ਦਸਤਾਰ ਬੰਨੀ ਹੋਈ ਹੈ, ਕਿਰਪਾਨ ਵੀ ਗਾਤਰੇ ਤੇ ਪਾਈ ਹੋਈ ਹੈ। ਜਦੋਂ ਆਪਾਂ ਪੁੱਛਦੇ ਹਾਂ ਕਿ ਭਾਈ ਬਹੁਤ ਵਧੀਆ ਤੂੰ ਸਿੱਖ ਨਜ਼ਰ ਆਉਂਦਾ, ਦੱਸ ਤੇਰਾ ਨਿਤਨੇਮ ਕਿੰਨਾ ਹੈ, ਉਹ ਫਿਰ ਕਈ ਵਾਰੀ ਕਹਿ ਦਿੰਦੇ ਜੀ ਕੋਈ ਮੈਂ ਪਾਠ ਨਹੀਂ ਕਰਦਾ। ਤੇ ਕਈ ਵਾਰੀ ਉਹਨਾਂ ਨੂੰ ਪੁੱਛੋ ਤੇ ਕਹਿ ਦਿੰਦੇ ਜੀ ਮੈਨੂੰ ਜਪਜੀ ਸਾਹਿਬ ਦਾ ਵੀ ਪਾਠ ਕੰਠ ਨਹੀਂ ਹੈ। ਤੇ ਕਵੀ ਰਾਜ ਜੀ ਕਹਿੰਦੇ ਉਹ ਭਾਵੇਂ ਜੋ ਮਰਜੀ ਹੋਵੇ, ਉਹ ਪੇਖੀ ਸਿੱਖ ਹੈ, ਅਸਲ ਦੇ ਵਿੱਚ ਉਹਨੇ ਸਿੱਖੀ ਨੂੰ ਨਹੀਂ ਧਾਰਨ ਕਰਨਾ ਕੀਤਾ। ਇਸ ਤੇ ਔਰ ਨਾ ਕੋ ਵਿਦ ਉੱਚੀ, ਇਸ ਤੋਂ ਇਲਾਵਾ ਔਰ ਕੋਈ ਵਿਦ ਜਿਹੜੀ ਹੈ ਉੱਚੀ ਮਰਿਆਦਾ ਔਰ ਕੋਈ ਨਹੀਂ ਹੈ। ਜਪ ਸੇਵਨ ਇੱਕ ਮਨ ਵੈ ਸੂਚੀ, ਜਪਜੀ ਸਾਹਿਬ ਦੀ ਸੇਵਾ ਕਰਨੀ ਹੈ ਇੱਕ ਮਨ ਹੋ ਕਰਕੇ। ਇਹਦੇ ਨਾਲ ਕੀ ਹੁੰਦਾ ਹੈ, ਮਨ ਜਿਹੜਾ ਸੁੱਚਾ ਹੋ ਜਾਂਦਾ ਹੈ। ਤੇ ਜਪਜੀ ਸਾਹਿਬ ਦੀ ਸੇਵਾ ਇਹ ਨਾ ਸਮਝਣਾ ਕਰੋ ਕਿ ਭਾਈ ਜਪਜੀ ਸਾਹਿਬ ਦਾ ਪਾਠ ਹੈ, ਇਹਦੀ ਆਪਾਂ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ। ਠੀਕ ਹੈ, ਲੰਗਰ ਦੇ ਵਿੱਚ ਜਾਓ, ਲੰਗਰ ਦੇ ਵਿੱਚ ਸੇਵਾ ਹੁੰਦੀ ਹੈ, ਗੁਰੂ ਘਰ ਦੇ ਵਿੱਚ ਹੁੰਦੀ ਹੈ, ਜੋੜੇ ਘਰ ਦੇ ਵਿੱਚ ਸੇਵਾ ਹੁੰਦੀ ਹੈ। ਜਪਜੀ ਸਾਹਿਬ ਦੀ ਗੁਰਬਾਣੀ ਦੀ ਸੇਵਾ ਕਿਸ ਤਰ੍ਹਾਂ? ਤੇ ਪਿਆਰਿਓ, ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਦੇ ਆਂ, ਪੜ੍ਹਦੇ ਆਂ, ਸਰਵਣ ਕਰਦੇ ਆਂ, ਵਿਚਾਰ ਕਰਦੇ ਆਂ, ਗੁਰਬਾਣੀ ਦਾ ਸਤਿਕਾਰ ਅਦਬ ਕਰਦੇ ਆਂ, ਤੇ ਜਾਣ ਲਿਓ ਇਹ ਆਪ ਦੀ ਬਾਣੀ ਦੀ ਸੇਵਾ ਕਰ ਰਹੇ ਹੋ। ਜਦੋਂ ਕੋਈ ਸਿੱਖ ਇਕਾਗਰ ਚਿੱਤ ਹੋ ਕਰਕੇ ਜਪਜੀ ਸਾਹਿਬ ਦਾ ਪਾਠ ਪੜ੍ਹਦਾ, ਸਰਵਣ ਕਰਦਾ, ਇਹ ਜਪਜੀ ਦੀ ਸੇਵਾ ਹੋ ਗਈ ਹੈ। ਇਹਦੇ ਨਾਲ ਮਨ ਜਿਹੜਾ ਸੁੱਚਾ ਹੋ ਜਾਂਦਾ। ਕਾਮ ਧੇਨ ਚਿੰਤਾ ਮਨ ਸੁਰਤਰ, ਕਾਮ ਧੇਨੂ ਗਊ ਜਿਹੜੀ ਹੈ, ਚਿੰਤਾ ਮਨ ਤੇ ਸੁਰਤਰ ਜਿਹੜਾ ਹੈ। ਕਰ ਨਹਿ ਸਕੇ ਆਦ ਤਿਲ ਸੰਸਰ, ਤੇ ਇਹਦੇ ਸਮਾਨ ਅਧ ਸਮਾਨ ਵੀ ਜਿਹੜਾ ਹੈ, ਕਿਉਂਕਿ ਇਹ ਜਿਹੜਾ ਹੈ ਕਾਮਧੇਨ ਪਾਰ ਜਾਤ ਇਹੋ ਹਰ ਹਰ ਨਾਮ, ਕਾਮਧੇਨ ਇਹੋ ਹਰ ਗੁਣ ਗਾਮ, ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਕਹਿੰਦੇ ਪਿਆਰਿਓ, ਇਹ ਕਾਮਧੇਨ ਗਊ ਹੈ, ਸੁਰਤਰ ਜਿਹੜਾ ਚਿੰਤਾ ਮਨ ਜਿਹੜੀ ਹੈ। ਤੇ ਇੱਕ ਅਖੌਤ ਹੈ, ਕਿਹਾ ਜਾਂਦਾ ਕਿ ਭਾਈ ਇਹਨਾਂ ਦੇ ਅੱਗੇ ਜੋ ਤੁਸੀਂ ਮਨੋਕਾਮਨਾ ਪੂਰੀ ਕਰਨਾ, ਮਨੋਕਾਮਨਾ ਰੱਖੋ,
ਤਤ ਛਿਨ ਇਹ ਤੁਹਾਡੀ ਮਨ ਦੀ ਕਾਮਨਾ ਪੂਰੀ ਕਰ ਦਿੰਦੇ ਹਨ। ਲੇਕਿਨ ਕਵੀ ਰਾਜ ਜੀ ਕਹਿੰਦੇ ਕਿ ਕਦੇ ਵੇਖਿਆ ਪਈ ਕਿਨੇ ਕਾਮ ਧੇਨ ਗਊ। ਬੇਸ਼ੱਕ ਆਪਨੇ ਸੁਣਿਆ ਹੋਵੇਗਾ, ਆਪਾਂ ਨੇ ਵੀ ਸੁਣਿਆ ਕਹਿ ਦਿੰਦੇ ਆ, ਲੇਕਿਨ ਵੇਖਿਆ ਕਿਨੇ ਵੀ ਨਹੀਂ। ਚਿੰਤਾਮਣੀ ਜਿਹੜੀ ਹੈ, ਕਹਿੰਦੇ ਇੱਕ ਮਣੀ ਹੁੰਦੀ ਹੈ, ਉਹਦਾ ਨਾਮ ਚਿੰਤਾਮਣ ਹੈ। ਉਹਨੂੰ ਹੱਥ ਵਿੱਚ ਰੱਖ ਲੈ ਕਰਕੇ ਜੋ ਤੁਸੀਂ ਬਚਨ ਕਰੋਗੇ ਉਹ ਤਤਕਾਲ ਪੂਰਾ ਹੋ ਜਾਵੇਗਾ। ਸੁਣਿਆ ਤਾਂ ਹੈ ਲੇਕਿਨ ਵੇਖਿਆ ਨਹੀਂ ਹੈ। ਇਸ ਤਰ੍ਹਾਂ ਹੀ ਕਲਪਤਾਰ ਜਿਹੜਾ ਦਰਖਤ ਹੈ, ਉਹਦੇ ਹੇਠ ਬੈਠ ਕਰਕੇ ਜੋ ਬਚਨ ਕਰੋ ਉਹ ਪੂਰਾ ਹੋ ਜਾਵੇਗਾ। ਸੁਣਿਆ ਤਾਂ ਹੈ ਪਿਆਰਿਓ, ਲੇਕਿਨ ਕਿਨੇ ਵੇਖਿਆ ਨਹੀਂ। ਲੇਕਿਨ ਕਵੀ ਰਾਜ ਜੀ ਕਹਿੰਦੇ ਹਨ ਇਹ ਤਾਂ ਹੋ ਸਕਦਾ ਹੋਵੇ ਕਿ ਨਾ ਹੋਵੇ, ਲੇਕਿਨ ਅਸਲ ਦੇ ਵਿੱਚ ਕਾਮਧੇਨ, ਅਸਲ ਦੇ ਵਿੱਚ ਚਿੰਤਾ ਮਨ ਸੁਰਤਰ ਕੀ ਹੈ? ਇਹ ਜਪਜੀ ਸਾਹਿਬ ਦਾ ਪਾਠ ਸਿੱਖਾਂ ਦੇ ਵਾਸਤੇ। ਤੇ ਜਦੋਂ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਆਪਾਂ ਵੱਧ ਤੋਂ ਵੱਧ ਪਾਠ ਕਰਦੇ ਆ, ਜੋ ਸਾਡੇ ਮਨ ਦੀ ਸ਼ੁਭ ਭਾਵਨਾ ਉਹ ਜ਼ਰੂਰ ਪੂਰੀ ਹੋ ਜਾਂਦੀ। ਤੋਹਰਾ ਮਹਿਮਾ ਬਰਨੀ ਅਲਪ ਮੈਂ ਕਹੇ ਨ ਜਾਏ ਮਤ ਮੰਦ। ਕਵੀ ਰਾਜੀ ਕਹਿੰਦੇ ਹਨ ਮੈਨੇ ਆਪਣੀ ਮਤ ਅਨੁਸਾਰ, ਮੰਦਮਤੀ ਅਨੁਸਾਰ ਮੈਨੇ ਸਤਿਗੁਰੂ ਮਹਾਰਾਜ ਜੀ ਦੇ ਬਾਣੀ ਦੀ ਮਹਿਮਾ ਕਰਨੀ ਕੀਤੀ, ਲੇਕਿਨ ਮੇਰੇ ਤੋਂ ਇਹ ਮੁਕੰਮਲ ਮਹਿਮਾ ਨਹੀਂ ਹੋ ਸਕੀ ਹੈ। ਜਪਜੀ ਸਾਹਿਬ ਦੀ ਮਹਿਮਾ ਬਹੁਤ ਜ਼ਿਆਦੀ ਹੈ, ਪਰੇ ਤੋਂ ਪਰੇ ਹੈ। ਊਚ ਅਗਾਧ ਅਕਥ ਹੈ ਜੋ ਜਪ ਜੀ ਸੁਖ ਕੰਦ। ਬਹੁਤ ਉੱਚੀ ਹੈ, ਅਗਾਧ ਹੈ, ਕਥਨ ਤੋਂ ਪਰੇ ਹੈ। ਕੀ ਸ੍ਰੀ ਜਪਜੀ ਸਾਹਿਬ ਜੋ ਸੁੱਖਾਂ ਦੀ ਦਾਤੀ ਹੈ, ਸੁੱਖਾਂ ਨੂੰ ਦੇਣ ਵਾਲੀ ਇਹ ਬਾਣੀ ਹੈ, ਇਹਦੀ ਮਹਿਮਾ ਕੋਈ ਨਹੀਂ ਕਰ ਸਕਦਾ। ਚੌਪਈ ਮਨ ਮੂਰਖ ਨਿਤ ਪ੍ਰਤ ਜਪ ਸੇ। ਇਸ ਕਰਕੇ ਕਵੀ ਰਾਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਹਨ। ਇਹ ਪਿਆਰਿਓ, ਜਦੋਂ ਆਪਾਂ ਸੁਣਦੇ ਹਾਂ ਕਥਾ ਤੇ ਸਾਨੂੰ ਮੂਰਖ ਮਨਾ, ਤੂੰ ਨਿਤ ਪ੍ਰਤ ਜਪਜੀ ਸਾਹਿਬ ਦੀ ਸੇਵਾ ਕਰਨਾ ਕਰ, ਜਾਪ ਕਰਨਾ ਕਰ, ਸਰਵਣ ਕਰਨਾ ਕਰ। ਆਪਾਂ ਵੀ ਪਿਆਰਿਓ ਆਪਣੇ ਅੰਤਰ ਮਨ ਨੂੰ ਇਹ ਸੰਬੋਧਨ ਕਰਨਾ ਕਰੀਏ ਕਿ ਮਨਾ ਤੂੰ ਵੀ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨਾ ਕਰ। ਜਹ ਕੋ ਚਾਹੇ ਮੁਨ ਜਨ ਸੇ ਦੇ। ਇਹ ਉਹ ਪਾਠ ਹੈ ਜਿਹਨੂੰ ਵੱਡੇ ਵੱਡੇ ਮੁਨੀ ਜਨ, ਦੇਵਤੇ ਆਦਿਕ ਇਹ ਜਪਜੀ ਸਾਹਿਬ ਦਾ ਪਾਠ ਲੋਚਦੇ ਹਨ, ਇਹਦਾ ਜਾਪ ਕਰਦੇ ਹਨ। ਕਿਤ ਬਿਦ ਹੋਵਹਿ ਮਾਨੁਖ ਦੇਹੀ। ਉਹ ਇਹ ਚਾਹੁੰਦੇ ਕਿ ਭਾਈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਸੁਰ ਨਰ ਮੁਨ ਜਨ ਇਹ ਅੰਮ੍ਰਿਤ ਦੀ ਭਾਲ ਕਰਦੇ। ਅੰਮ੍ਰਿਤ ਕਿਹਦੇ ਵਿੱਚ ਹੈ? ਗੁਰਬਾਣੀ ਦੇ ਵਿੱਚ ਹੈ, ਤੇ ਜਪਜੀ ਸਾਹਿਬ ਦੇ ਵਿੱਚ ਅੰਮ੍ਰਿਤ ਦਾ ਸੋਮਾ ਹੈ। ਉਹ ਇਹ ਚਾਹੁੰਦੇ ਕਿ ਭਾਈ ਸਾਨੂੰ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਵੇ, ਮਨੁੱਖਾ ਤਨ ਧਾਰਨ ਕਰਕੇ ਅਸੀਂ ਵੱਧ ਤੋਂ ਵੱਧ ਜਪਜੀ ਸਾਹਿਬ ਦੇ ਪਾਠ ਕਰਨਾ ਕਰੀਏ। ਪਿਆਰਿਓ, ਸੱਚ ਜਾਣੋ, ਸਾਡੇ ਤੋਂ ਤਾਂ ਇੱਕ ਪਾਠ ਵੀ ਜਿਹੜਾ ਹੈ ਆਪਾਂ ਡਨ ਜਿਸ ਤਰ੍ਹਾਂ ਪੂਰਾ ਕਰਦੇ ਆ ਉਸ ਤਰ੍ਹਾਂ ਹੀ ਆਪਾਂ ਪੜ ਲੈਂਦੇ ਆ, ਲੇਕਿਨ ਕਈ ਇਹੋ ਜਿਹੇ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਹੋਏ ਹਨ, ਅੱਜ ਵੀ ਪਿਆਰਿਓ ਮੌਜੂਦ ਹਨ ਇਹੋ ਜਿਹੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਬਹੁਤ ਵੱਡਾ ਅਭਿਆਸ ਕਰਨਾ ਕੀਤਾ। ਕਈ ਗੁਰਮੁਖ ਪਿਆਰਿਆਂ ਨੇ ਸਵਾ ਲੱਖ ਜਪਜੀ ਸਾਹਿਬ ਦੇ ਪਾਠ ਕਰਨੇ ਕੀਤੇ। ਤਖਤ ਸਾਹਿਬ ਜੀ ਦੇ ਜੋ ਮਹਾਂਪੁਰਖ ਹੋਏ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੂੰ ਸਤਿਕਾਰ ਦੇ ਨਾਲ ਮੋਨੀ ਸਾਹਿਬ ਵੀ ਆਪਾਂ ਕਹਿੰਦੇ ਆ, ਤੇ ਕੁਝ ਉਹਨਾਂ ਦੇ ਨਾਲ ਦੇ ਸਿੰਘ ਦੱਸਦੇ ਹਨ ਕਿ ਬਾਬਾ ਜੀ ਨੇ 1.25 ਲੱਖ ਪਾਠ ਜਪਜੀ ਸਾਹਿਬ ਦਾ ਕਰਨਾ ਕੀਤਾ। ਬਹੁਤ ਤਗੜਾ ਉਹਨਾਂ ਦਾ ਨਿਤਨੇਮ ਸੀ। ਇਹੋ ਜਿਹੇ ਬੇਅੰਤ ਗੁਰੂ ਕੇ ਸਿੱਖ ਹਨ, ਤੇ ਰੋਜ਼ ਉਹਨਾਂ ਦਾ ਨੇਮ ਦੇ ਨਾਲ 100 ਪਾਠ ਜਪਜੀ ਸਾਹਿਬ ਦਾ ਉਹ ਕਰ ਜਾਂਦੇ ਹਨ। ਕਈ ਗੁਰੂ ਕੇ ਪਿਆਰੇ 10, ਕਈ 5, ਕਈ ਪਿਆਰਿਓ 100 ਤੋਂ ਵੀ ਵੱਧ ਜਪਜੀ ਸਾਹਿਬ ਦੇ ਪਾਠ ਇਹ ਸੁਰਤੀ ਦੇ ਵਿੱਚ ਉਹ ਕਰਦੇ ਹਨ। ਸ਼੍ਰੀ ਨਾਨਕ ਸਿੱਖੀ ਮਗ ਲੇਹੀ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਸਾਨੂੰ ਸਿੱਖੀ ਮਤ ਦੇ ਵਿੱਚ ਲੈ ਲੈਂਦੇ ਹਨ। ਜਪ ਜੀ ਸੇਵ ਕਟਹਿ ਜਮ ਫਾਸੀ। ਜਪਜੀ ਸਾਹਿਬ ਦਾ ਜਿਹੜਾ ਵੀ ਜਾਪ ਕਰਦਾ ਹੈ, ਜਿਹਨੇ ਨਿਤਨੇਮ ਬਣਾਉਣਾ ਕੀਤਾ, ਉਹਦੇ ਜਮਾਂ ਦੀ ਫਾਸੀ ਕੱਟ ਜਾਂਦੀ। ਬਹੁਰ ਮਿਲਹਿ ਪਦਵੀ ਅਬਿਨਾਸੀ। ਬਾਅਦ ਵਿੱਚ ਉਹਨੂੰ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ।
ਉਹਨੂੰ ਅਬਨਾਸੀ ਖੇਮ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸ ਸੰਜੋਗ ਚਹਿਤ ਹੈ ਸੋਈ, ਇਹੋ ਜਿਹਾ ਸੰਜੋਗ ਜਿਹੜਾ ਹੈ ਉਹੀ ਚਾਹੁੰਦਾ ਹੈ। ਤੁਮ ਕੋ ਤੋ ਸਭ ਪ੍ਰਾਪਤ ਹੋਈ, ਤੁਹਾਨੂੰ ਤਾਂ ਭਾਈ ਇਹ ਸਭ ਕੁਝ ਜਿਹੜਾ ਇਹ ਪ੍ਰਾਪਤ ਹੋ ਗਿਆ ਹੈ। ਭਾਵ ਕਿ ਜਪਜੀ ਸਾਹਿਬ ਦਾ ਪਾਠ ਸਾਨੂੰ ਪ੍ਰਾਪਤ ਹੋ ਗਿਆ ਹੈ। ਇਸ ਕਰਕੇ ਅੱਜ ਗੁਟਕੇ ਸਾਹਿਬ ਮੋਬਾਈਲਾਂ ਦੇ ਵਿੱਚ ਕਈ ਵਾਰੀ ਕਈ ਪਿਆਰਿਓ ਇਹ ਤਰਕ ਦੇ ਦਿੰਦੇ ਹਨ ਕਿ ਭਾਈ ਸਾਨੂੰ ਪਾਠ ਕਰਨਾ ਨਹੀਂ ਆਉਂਦਾ, ਅਸੀਂ ਸ਼ੁੱਧ ਪਾਠ ਨਹੀਂ ਕਰ ਸਕਦੇ ਆ। ਠੀਕ ਹੈ ਭਾਈ, ਜੇ ਤੁਸੀਂ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਹੈ। ਅੱਜ ਇੰਟਰਨੈਟ ਦੇ ਵਿੱਚ ਕਈ ਜਿਹੜੇ ਇਹੋ ਜਿਹੇ ਮਹਾਂਪੁਰਖ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਜਿਹੜੇ ਬਹੁਤ ਸ਼ੁੱਧ ਉਚਾਰਨ ਦੇ ਨਾਲ ਜਪਜੀ ਸਾਹਿਬ ਦਾ ਪਾਠ ਜਿਨ੍ਹਾਂ ਨੇ ਕਰਨਾ ਕੀਤਾ, ਉਹਨਾਂ ਦੀ ਰਿਕਾਰਡਿੰਗ ਮੌਜੂਦ ਹੈ। ਉਹਨੂੰ ਲਾ ਕਰਕੇ ਵੀ ਆਪ ਜੀ ਸਰਵਣ ਕਰ ਸਕਦੇ ਹੋ। ਜੇ ਬਹਾਨੇ ਬਣਾਉਣੇ ਤਾਂ ਫਿਰ ਪਿਆਰਿਓ ਕਈ ਬਹਾਨੇ ਆਪਾਂ ਬਣਾ ਸਕਦੇ ਹਾਂ। ਕਹਿ ਸਕਦੇ ਹਾਂ ਕਿ ਨਹੀਂ ਜੀ ਮੈਨੂੰ ਪਾਠ ਨਹੀਂ ਆਉਂਦਾ। ਕਈ ਕਹਿ ਦਿੰਦੇ ਕਿ ਨਹੀਂ ਜੀ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਹੀ ਕਰਨਾ ਚਾਹੀਦਾ, ਬਾਅਦ ਵਿੱਚ ਨਹੀਂ ਕਰ ਸਕਦੇ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਨਹੀਂ ਪਿਆਰਿਓ, ਇਹ ਬਾਣੀ ਦੀ ਕੋਈ ਬੰਦਿਸ਼ ਨਹੀਂ ਹੈ। ਭਾਵੇਂ ਅੰਮ੍ਰਿਤ ਵੇਲੇ ਕਰੋ, ਭਾਵੇਂ ਦਿਨ ਚੜ੍ਹਦਿਆਂ ਦੁਪਹਿਰੇ ਕਰੋ, ਸ਼ਾਮਾਂ ਦੇ ਵੇਲੇ, ਰਾਤਰੀ ਦੇ ਵੇਲੇ, ਜਦੋਂ ਮਰਜੀ ਆਪਾਂ ਕਰ ਸਕਦੇ ਹਾਂ, ਇਹਨੂੰ ਸਰਵਣ ਕਰ ਸਕਦੇ ਹਾਂ। ਬਾਰ ਬਾਰ ਕਿਆ ਕਹੋ ਬਨਾਈ, ਕਵੀ ਰਾਜੀ ਕਹਿੰਦੇ ਮੈਂ ਬਾਰ-ਬਾਰ ਕੀ ਇਹ ਬਾਣੀ ਦੀ ਉਪਮਾ ਕਰਨਾ ਕਰਾਂ। ਤੇ ਆਪਾਂ ਪਿਆਰਿਓ ਜਦੋਂ ਸ਼ਹਾਦਤ ਦਾ ਇਤਿਹਾਸ ਪੜ੍ਹਦੇ ਹਾਂ, ਭਾਵੇਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਵੇ, ਭਾਵੇਂ ਸਿੱਖਾਂ ਦੀ ਸ਼ਹਾਦਤ, ਸ਼ਾਹ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਕੇ ਹਟੇ ਆ। ਆਪ ਨੇ ਸਰਵਣ ਕੀਤਾ ਹੋਵੇਗਾ ਜਦੋਂ ਮਹਾਰਾਜ ਜੀ ਨੂੰ 5 ਦਿਨ ਤਸ਼ੱਦਦਾਂ ਦਿੱਤੀਆਂ ਗਈਆਂ। ਉਹ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਰਾਵੀ ਦਰਿਆ ਦੇ ਵਿੱਚ ਜਦੋਂ ਇਸ਼ਨਾਨ ਕਰਨ ਵਾਸਤੇ ਗਏ, ਆਪ ਨੂੰ ਪਿਆਰਿਓ ਯਾਦ ਹੋਵੇਗਾ, ਭਲੀ ਪ੍ਰਕਾਰ ਗਿਆਤ ਹੋਵੇਗਾ, ਸਤਿਗੁਰੂ ਮਹਾਰਾਜ ਜੀ ਨੇ ਰਾਵੀ ਦੇ ਵਿੱਚ ਚਾਹੀਦਾ ਜਨਮ ਜਨਮ ਕੇ ਕਲਮਲ ਕਟੈ, ਇਹਦੇ ਜਾਪ ਕਰਨ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਕਲਮਲ ਮੈਲ ਕੱਟ ਜਾਂਦੀ ਹੈ। ਸਨੈ ਸਨੈ ਮਨ ਨਿਰਮਲ ਹੋ, ਹੌਲੀ ਹੌਲੀ ਮਨ ਨਿਰਮਲ ਹੁੰਦਾ। ਇਹ ਨਹੀਂ ਹੈ ਕਿ ਅੱਜ ਪਾਠ ਕਰ ਲਿਆ ਤੇ ਕੱਲ ਬ੍ਰਹਮ ਗਿਆਨੀ ਬਣ ਗਏ। ਲੋਕੀ ਇਹੀ ਸੋਚਦੇ, ਕਈ ਵਾਰੀ ਪਿਆਰਿਓ ਉਹਨਾਂ ਨੂੰ ਬੋਲੋ, ਜਾਂ ਫਿਰ ਕਈ ਵਾਰੀ ਉਹ ਕੀ ਕਰਦੇ, ਇੱਕ ਦਿਨ ਆ ਗਏ ਗੁਰੂ ਘਰ ਦੇ ਵਿੱਚ ਅਰਦਾਸ ਕਰਦੇ ਤੇ ਜਦੋਂ ਪੂਰੀ ਨਹੀਂ ਹੋਈ ਤੇ ਕਹਿ ਦਿੰਦੇ ਜੀ ਮੈਂ ਤਾਂ ਗਿਆ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ, ਮੇਰੀ ਤਾਂ ਅਰਦਾਸ ਪੂਰੀ ਨਹੀਂ ਹੋਈ। ਕਈ ਕਹਿ ਦਿੰਦੇ ਜੀ ਮੈਂ ਤੇਰੇ ਆਖੇ ਲੱਗ ਕਰਕੇ ਪਾਠ ਕਰਨਾ ਕੀਤਾ ਲੇਕਿਨ ਮਨ ਤਾਂ ਨਿਰਮਲ ਨਹੀਂ ਹੋਇਆ। ਤੇ ਕਈ ਕਹਿ ਦਿੰਦੇ ਮੈਨੇ ਪਾਠ ਕੀਤਾ ਲੇਕਿਨ ਮੇਰੀ ਭਾਵਨਾ ਪੂਰੀ ਨਹੀਂ ਹੋਈ ਹੈ। ਨਹੀਂ ਪਿਆਰਿਓ, ਇਸ ਤਰ੍ਹਾਂ ਦਾ ਥੋੜਾ ਹੈ ਅੱਜ ਕੀਤਾ ਤੇ ਤੁਰੰਤ ਇਹਦਾ ਅਸਰ ਆ ਜਾਵੇ। ਹੌਲੀ ਹੌਲੀ ਜਿਹੜਾ ਹੈ ਰੰਗ ਲਾਗਤ ਹੈ। ਹੌਲੀ ਹੌਲੀ ਰੰਗ ਲੱਗਦਾ ਤੇ ਹੌਲੀ ਹੌਲੀ ਮਨ ਜਿਹੜਾ ਉਹ ਨਿਰਮਲ ਹੁੰਦਾ। ਇਹ ਨਹੀਂ ਹੈ ਕਿ ਅੱਜ ਆਏ ਪਾਠ ਕੀਤਾ ਤੁਰੰਤ ਨਿਰਮਲ ਹੋ ਕੇ ਬ੍ਰਹਮ ਗਿਆਨੀ ਬਣ ਗਏ। ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪਿਆਰਿਓ। ਬਹੁਤ ਸਮਾਂ ਲਾਉਣਾ ਪੈਂਦਾ, ਮਸ਼ੱਕਤ ਕਰਨੀ ਪੈਂਦੀ ਹੈ, ਘਾਲ ਕਮਾਈ ਕਰਨੀ ਪੈਂਦੀ ਹੈ, ਤਾਂ ਜਾ ਕਰਕੇ ਉਹ ਅਵਸਥਾ ਦੀ ਪ੍ਰਾਪਤੀ ਹੁੰਦੀ। ਗਤ ਪਾਵਹਿ ਪਉ ਬੰਧਨ ਖੋ, ਉਹਨੂੰ ਫਿਰ ਗਤ ਸ਼ੁਭ ਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਸਾਰ ਦੇ ਬੰਧਨ ਖਤਮ ਹੋ ਜਾਂਦੇ ਹਨ। ਸ਼ਬਦ ਅਭਿਆਸ ਕੀਓ ਨਰ ਜਾਹੀ, ਜਿਸ ਮਨੁੱਖ ਨੇ ਸ਼ਬਦ ਦਾ ਅਭਿਆਸ ਕਰਨਾ ਕੀਤਾ, ਰਹਿਓ ਨ ਕਰਨੋ ਕ੍ਰੇਤ ਕਛ ਤਾਹੀ, ਉਹਦੇ ਵਾਸਤੇ ਫਿਰ ਕੋਈ ਕੰਮ ਜਿਹੜਾ ਖਾਲੀ ਨਹੀਂ ਰਹਿ ਗਿਆ। ਭਾਵ ਕਿ ਇੱਕ ਸਾਧੇ ਸਭ ਹੀ ਸਧੈ, ਸਭ ਸਾਧੇ ਸਭ ਜਾਇ। ਜੇ ਇੱਕ ਨੂੰ ਸਾਧ ਲਿਓ ਸਾਰੇ ਸੱਧ ਜਾਂਦੇ ਹਨ। ਇਸ ਕਰਕੇ ਪਿਆਰਿਓ ਸ਼ਬਦ ਦਾ ਸਾਧਨਾ ਕਰਨਾ ਕਰੋ। ਸ਼ਬਦ ਨੂੰ ਜਿਹੜਾ ਬਾਰ-ਬਾਰ ਜਾਪ ਕਰਨਾ ਕਰੋ। ਜੇ ਸ਼ਬਦ ਸੱਧ ਗਿਆ ਤੇ ਸਾਰੇ ਸੱਧ ਜਾਂਦੇ ਹਨ। ਉਹਨੂੰ ਫਿਰ ਦੂਜਾ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈ। ਜਾਓ ਭਾਈ ਯੋਗ ਸਾਧਨਾ ਕਰੋ, ਜਲ ਧਾਰੇ ਕਰੋ, ਆ ਕਰੋ, ਉਹ ਕਰੋ, ਉਹਦੀ ਲੋੜ ਹੀ ਨਹੀਂ ਪੈਂਦੀ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਜਿਹੜਾ ਵੀ ਇਕਾਗਰ ਚਿੱਤ ਹੋ ਕਰਕੇ ਗੁਰਬਾਣੀ ਦਾ ਜਾਪ ਕਰਦਾ, ਪਠਨ ਪਾਠਨ ਕਰਦਾ, ਉਹਨੂੰ ਫਿਰ ਦੂਜੇ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈ। ਉਹਦੇ ਨਾਲ ਹੀ ਉਹਦੀ ਸਦਗਤੀ ਹੋ ਜਾਂਦੀ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਸ਼੍ਰੀ ਅੰਗਦ ਜੀ ਕੋ ਤਖਤ ਦੇਨ ਪ੍ਰਸੰਗ ਵਰਣਨੰ
ਨਾਮ 52ਵਾਂ ਅਧਿਆਇ। ਇੱਥੇ ਪਿਆਰਿਓ 52ਵਾਂ ਅਧਿਆਇ ਨਾਨਕ ਪ੍ਰਕਾਸ਼ ਦਾ ਉਹਦੀ ਸਮਾਪਤੀ ਹੁੰਦੀ ਹੈ। ਅੱਗੇ 53ਵਾਂ ਅਧਿਆਇ ਉਹਦੀ ਆਰੰਭਤਾ ਹੈ ਜੀ। ਦੋਹਰਾ ਸ਼੍ਰੀ ਸਰਸਵਤੀ ਸਿਮਰਨੋ ਤੀਸ਼ਨ ਮਹਾ ਕੁਠਾਰ। ਕਵੀ ਰਾਜੀ ਹੁਣ ਕਥਾ ਤੋਂ ਪਹਿਲੇ ਮੰਗਲਾਚਰਨ ਕਰਦੇ ਹਨ। ਵਿਦਿਆ ਦਾ ਮੰਗਲ ਕਰਨਾ ਕੀਤਾ। ਇਹ ਜੋ ਵਿਦਿਆ ਹੈ ਇਹ ਵਿਦਿਆ ਕੁਹਾੜੇ ਦੇ ਵੱਤ ਹੈ। ਕੁਹਾੜਾ ਦੇ ਨਾਈ ਇਹਨੂੰ ਤੁਸੀਂ ਜਾਣਨਾ ਕਰੋ। ਵਿਘਨ ਬ੍ਰਿਸ਼ ਕੇ ਵਿਪਨ ਕੋ ਕਰਤ ਸੰਘਾਰ ਸੁਧਾਰ। ਜਿਸ ਤਰ੍ਹਾਂ ਪਿਆਰਿਓ ਕਿਤੇ ਹੱਥ ਦੇ ਵਿੱਚ ਨਿੱਕਾ ਜਿਹਾ ਕੁਹਾੜਾ ਆ ਜਾਵੇ, ਉਹ ਕੁਹਾੜੇ ਦੇ ਨਾਲ ਸਾਰਾ ਜੰਗਲ ਜਿਹੜਾ ਸਾਫ਼ ਕਰਦਾ, ਵੱਡੇ ਵੱਡੇ ਦਰਖਤਾਂ ਨੂੰ ਵੀ ਉਹ ਕੱਟ ਦਿੰਦਾ। ਇਸ ਤਰ੍ਹਾਂ ਇਹ ਜੋ ਵਿਦਿਆ ਹੈ, ਇਹ ਪੜ੍ਹਾਈ ਲਿਖਾਈ ਜਿਹੜੀ ਹੈ, ਇਹ ਕਵਿਤਾ ਜਿਹੜੀ ਹੈ, ਇਹ ਕੁਠਾਰ ਦੇ ਵੱਤ ਹੈ। ਤੇ ਵਿਘਨਾ ਰੂਪੀ ਦਰਖਤ ਜਿਹੜਾ ਇਹਦੇ ਨਾਲ ਆਪ ਜੀ ਕੱਟ ਦਿੰਦੇ ਹੋ, ਕੱਟ ਸਕਦੇ ਹੋ। ਕਰਤ ਸੰਘਾਰ ਸੁਧਾਰ, ਉਹਦਾ ਸੰਘਾਰ ਕਰਕੇ ਚੰਗੀ ਤਰ੍ਹਾਂ ਸਾਰੇ ਵਿਘਨ ਜਿਹੜੇ ਹਨ ਵਿਦਿਆ ਦੇ ਨਾਲ ਖਤਮ ਆਪਾਂ ਕਰ ਸਕਦੇ ਹਾਂ। ਚੌਪਈ ਬਹਰੋ ਕਿਤਿਕ ਬਿਤਾਇਓ ਕਾਲ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਕੁਛ ਕੋ ਸਮਾਂ ਮਹਾਰਾਜ ਜੀ ਨੇ ਜਦੋਂ ਬਤੀਤ ਕੀਤਾ। ਸ਼੍ਰੀ ਨਾਨਕ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਰਮ ਕਿਰਪਾਲੂ ਹਨ। ਇੱਕ ਦਿਨ ਅੰਗਦ ਸੰਗ ਬਖਾਨਾ। ਇੱਕ ਦਿਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਤਾਈ ਬਚਨ ਕੀਤਾ। ਤੁਮ ਅਬ ਗਮਨਹੁ ਆਪਨ ਸਤਾਨਾ। ਸਤਿਗੁਰੂ ਜੀ ਕਹਿਣ ਲੱਗੇ, ਪੁਰਖਾ ਹੁਣ ਆਪ ਜੀ ਇੱਥੇ ਨਾ ਰਹਿਣਾ ਕਰੋ, ਤੁਸੀਂ ਆਪਣੇ ਨਿਜ ਅਸਥਾਨ ਤੇ ਜਾਓ। ਉੱਥੇ ਜਾ ਕਰਕੇ ਤੁਸੀਂ ਸਾਡੀ ਆਗਿਆ ਹੈ। ਸਮਾ ਸਮੀਪ ਤਜੋ ਨਿਜ ਦੇਹੀ। ਕਿਉਂਕਿ ਹੁਣ ਸਮਾਂ ਵੀ ਲਾਗੇ ਆ ਗਿਆ, ਅਸਾਂ ਨੇ ਆਪਣੇ ਸਰੀਰ ਦਾ ਤਿਆਗ ਕਰ ਦੇਣਾ ਹੈ। ਦਿਨ ਥੋੜੇ ਹੀ ਹਿਰਦੇ ਲਖੀਜੈ। ਆਪਣੇ ਹਿਰਦੇ ਵਿੱਚ ਤੁਸੀਂ ਜਾਣ ਲੈਣਾ ਕਰੋ, ਥੋੜੇ ਕੋ ਦਿਨ ਸਾਡੇ ਜੀਵਨ ਦੇ ਇਹ ਸਰੀਰ ਦੇ ਰਹਿ ਗਏ ਹਨ। ਗ੍ਰਾਮ ਖਡੂਰ ਪਿਆਨੋ ਕੀਜੈ। ਹੁਣ ਤੁਸੀਂ ਇੱਥੋਂ ਵਾਪਸ ਚੱਲ ਜਾਓ ਆਪਣਾ ਜੱਦੀ ਪੁਸ਼ਤੀ ਨਗਰ ਜਿਹੜਾ ਹੈ ਖਡੂਰ ਸਾਹਿਬ। ਬੈਠ ਖਡੂਰ ਹੈ ਜੋਤ ਜਗਾਈ। ਜਿੱਥੇ ਖਡੂਰ ਸਾਹਿਬ ਜਿਹੜਾ ਹੈ ਉੱਥੇ ਬੈਠ ਕਰਕੇ ਜੋਤ ਜਗਾਉਣਾ ਕਰੋ। ਉੱਥੋਂ ਆਪ ਦੀ ਗੁਰਸਿੱਖੀ ਦਾ ਪ੍ਰਚਾਰ ਕਰਨਾ ਕਰੋ। ਜੇ ਪਿਆਰਿਓ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ, ਇੱਕ ਗੱਲ ਪਿਆਰਿਓ ਬੜੀ ਕਮਾਲ ਦੀ ਗੱਲ ਹੈ। ਤੇ ਜਦੋਂ ਵੀ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਤਿਆਗ ਕਰਨਾ ਕੀਤਾ, ਅਗਲਾ ਗੁਰੂ ਜਿਹੜਾ ਉਹਦੀ ਸਥਾਪਨਾ ਕੀਤੀ, ਤਾਂ ਸਤਿਗੁਰੂ ਮਹਾਰਾਜ ਜੀ ਨੇ ਇਹ ਵਿਸ਼ੇਸ਼ ਹਦਾਇਤ ਦਿੱਤੀ ਹੈ ਕਿ ਹੁਣ ਆਪ ਜੀ ਇਹ ਨਗਰ ਦੇ ਵਿੱਚ ਨਾ ਰਹੋ, ਦੂਜੇ ਇਲਾਕੇ ਦੇ ਵਿੱਚ ਉੱਥੇ ਜਾ ਕਰਕੇ ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਕਰੋ। ਇਹਦੇ ਪਿਆਰਿਓ ਕਈ ਕਾਰਨ ਹਨ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ। ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਦੇ ਦਿੱਤੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਆ ਗਏ। ਤੇ ਖਡੂਰ ਸਾਹਿਬ ਦੇ ਵਿੱਚ ਆ ਕਰਕੇ ਤੇ ਭੱਲੇ ਅਮਰਦਾਸ ਸਤਿਗੁਰੂ ਮਹਾਰਾਜ ਜੀ ਨੇ ਅਣਥੱਕ ਸੇਵਾਵਾਂ ਕੀਤੀਆਂ। ਲੇਕਿਨ ਜਦੋਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਤੀਜੇ ਪਾਤਸ਼ਾਹ ਜੀ ਨੂੰ ਦੇ ਦਿੱਤੀ, ਉਹਨਾਂ ਨੇ ਕਹਿ ਦਿੱਤਾ ਹੁਣ ਖਡੂਰ ਦੇ ਵਿੱਚ ਨਹੀਂ ਰਹਿਣਾ, ਗੋਇੰਦਵਾਲ ਗੋਵਿੰਦਪੁਰੀ ਸਮ ਜਲਿਆਨ ਤੀਰ ਬਿਪਾਸ ਬਣਾਇਓ। ਉੱਥੇ ਜਾਓ, ਗੋਇੰਦਵਾਲ ਸਾਹਿਬ ਦੇ ਵਿੱਚ ਜੋਤ ਜਗਾਉਣਾ ਕਰੋ, ਸਿੱਖੀ ਦਾ ਪ੍ਰਚਾਰ ਕਰੋ। ਜਦੋਂ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਤੇ ਕਹਿ ਦਿੱਤਾ ਤੇ ਹੁਣ ਤੁਸੀਂ ਜਾਓ ਤੇ ਜਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਜਾ ਕਰਕੇ ਜੋਤ ਜਗਾਉਣਾ, ਉੱਥੋਂ ਗੁਰਸਿੱਖੀ ਦਾ ਪ੍ਰਚਾਰ ਕਰਨਾ ਕਰੋ। ਇਹਦੇ ਨਾਲ ਕੀ ਹੋਇਆ ਪਿਆਰਿਓ, ਸਤਿਗੁਰੂ ਮਹਾਰਾਜ ਦੂਜੇ ਇਲਾਕਿਆਂ ਦੇ ਵਿੱਚ ਜਦੋਂ ਆਪਣਾ ਉਹਨਾਂ ਨੇ ਟਿਕਾਣਾ ਬਣਾਉਣਾ ਕੀਤਾ, ਧਰਮ ਅਸਥਾਨ ਸਥਾਪਿਤ ਕੀਤੇ, ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਹੋਇਆ। ਨਾਲ ਦੂਜਾ ਇਹ ਵੀ ਕਾਰਨ ਸੀ ਕਿ ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਥੇ ਰਹਿ ਜਾਂਦੇ ਹਨ ਕਰਤਾਰਪੁਰ ਸਾਹਿਬ ਦੇ ਵਿੱਚ, ਤੇ ਗੁਰੂ ਪੁੱਤਰਾਂ ਦੀ ਉਹਨਾਂ ਦੀ ਨਹੀਂ ਬਣਨੀ ਸੀ। ਉਹਨਾਂ ਨੇ ਨਿਤ ਝਗੜਾ ਪਾਉਣਾ ਸੀ, ਉਹਨਾਂ ਨੇ ਆਪਣਾ ਹੱਕ ਜਿਹੜਾ ਜਤਾਉਣਾ। ਇਸ ਕਰਕੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਜੋ ਵੀ ਜ਼ਮੀਨ ਜਾਇਦਾਦ ਦਾ ਜੋ ਪੁੱਤਰਾਂ ਦਾ ਹੱਕ ਬਣਦਾ, ਉਹ ਤਾਂ ਹੱਕ ਉਹਨਾਂ ਨੂੰ ਦੇ ਦਿੱਤਾ। ਗੁਰਤਾ ਗੱਦੀ ਦੂਜੇ ਪਾਤਸ਼ਾਹ ਜੀ ਮਹਾਰਾਜ ਨੂੰ ਦੇ ਦਿੱਤੀ ਤੇ ਕਿਹਾ ਖਡੂਰ ਸਾਹਿਬ ਦੇ ਵਿੱਚ ਜੋਤ ਜਗਾਓ। ਇਹਦੇ ਨਾਲ ਗੁਰਸਿੱਖੀ ਦੇ ਪ੍ਰਚਾਰ ਦੇ ਵਿੱਚ ਵੀ ਵਾਧਾ ਹੋਵੇਗਾ ਤੇ ਨਾਲ ਇਹ ਜੋ ਪਰਿਵਾਰਕ ਕਲਹ ਜੋ ਹੈ, ਝਗੜਾ ਜਿਹੜਾ ਹੈ, ਸਿਆਣੇ ਕਹਿੰਦੇ ਨਾ ਕਿ ਜੇ ਪਰਿਵਾਰ ਵਾਲਿਆਂ ਦੇ ਨਾਲ, ਸ਼ਰੀਕਿਆਂ ਦੇ ਨਾਲ ਜੇ ਨਹੀਂ ਬਣਦੀ
ਤਾਂ ਪਿਆਰਿਓ ਥੋੜਾ ਵਿੱਥ ਬਣਾ ਲੈਣੀ ਚਾਹੀਦੀ ਹੈ, ਪਾਸੇ ਹੋ ਜਾਣਾ ਚਾਹੀਦਾ। ਜੇ ਪਾਸੇ ਥੋੜਾ ਆਪਾਂ ਹੋ ਜਾਂਦੇ ਆ ਤਾਂ ਇਹਦੇ ਨਾਲ ਪ੍ਰੇਮ ਪਿਆਰ ਵੀ ਰਹਿ ਜਾਂਦਾ ਤੇ ਨਿਤ ਦੀ ਕਲੇਸ਼ ਤੋਂ ਆਪਾਂ ਬਚ ਵੀ ਜਾਂਦੇ ਆ। ਇਸ ਕਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਪੁਰਖਾ ਆਪ ਜੀ ਖਡੂਰ ਸਾਹਿਬ ਦੇ ਵਿੱਚ ਜਾ ਕਰਕੇ ਜੋਤ ਜਗਾਉਣਾ ਕਰੋ। ਸੁਨ ਅੰਗਦ ਬੰਦੇ ਦਵੈ ਹਾਥਾ। ਸੁਣ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਦੋਵੇਂ ਹੱਥ ਜੋੜ ਕੇ ਬੋਲਿਓ ਬਚਨ ਲਾਏ ਪਦ ਮਾਥਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਰੱਖ ਕਰਕੇ ਬਚਨ ਕੀਤਾ। ਰਾਵਰ ਕੀ ਰਜਾਏ ਮਮ ਸੀਸਾ। ਕਹਿੰਦੇ ਸਤਿਗੁਰੂ ਮਹਾਰਾਜ ਜੋ ਆਪ ਜੀ ਦੀ ਆਗਿਆ ਉਹ ਮੇਰੇ ਸਿਰ ਮੱਥੇ ਹੈ। ਇੱਕ ਅਵਰ ਬੂਝੋ ਜਗਦੀਸ਼ਾ। ਲੇਕਿਨ ਹੈ ਜਗਦੀਸ਼ ਸਤਿਗੁਰੂ ਮਹਾਰਾਜ ਮੈਂ ਆਪ ਜੀ ਨੂੰ ਬਚਨ ਬੇਨਤੀ ਕਰਨਾ ਚਾਹੁੰਦਾ ਹਾਂ। ਤਿਆਗਨ ਤਨ ਕੋ ਸਮਾ ਜੇ ਆਹੀ। ਆਪ ਜੀ ਨੇ ਜੋ ਕਿਹਾ ਨਾ ਕਿ ਹੁਣ ਤਨ ਦੇ ਤਿਆਗਣ ਦਾ ਜਿਹੜਾ ਸਮਾਂ ਨਜ਼ਦੀਕ ਆ ਗਿਆ, ਤਬ ਦਰਸੋਂ ਮੈਂ ਆਏ ਕਿ ਨਾਹੀ। ਆਪ ਜੀ ਦੱਸਣਾ ਕਰੋ ਸਤਿਗੁਰੂ ਮਹਾਰਾਜ ਦੇਖੋ ਕਿੰਨੀ ਆਗਿਆ ਦੇ ਵਿੱਚ ਚੱਲਦੇ ਹਨ। ਮਹਾਰਾਜ ਨੇ ਕਿਹਾ ਕਿ ਪੁਰਖਾ ਇੱਥੇ ਨਹੀਂ ਰਹਿਣਾ, ਉੱਥੇ ਚੱਲ ਜਾਓ। ਇਹ ਤਾਂ ਸਿੱਧੀ ਲਾਜ਼ਮੀ ਗੱਲ ਹੈ ਕਿ ਮਹਾਰਾਜ ਜੀ ਨੇ ਜਦੋਂ ਤਨ ਦਾ ਤਿਆਗ ਕਰਨਾ ਉਸ ਵੇਲੇ ਵਚਨ ਸੱਤ ਕਰਕੇ ਮੰਨਿਆ ਹੈ। ਜੋ ਮਹਾਰਾਜ ਜੀ ਨੇ ਕਿਹਾ ਨਾ, ਜਦੋਂ ਆਪਾਂ ਪਿੱਛੇ ਹੀ ਇਤਿਹਾਸ ਪੜ੍ਹ ਕੇ ਆਏ, ਮਹਾਰਾਜ ਜੀ ਨੇ ਕਿਹਾ ਦੌੜ ਜਾਓ, ਸਤਿਗੁਰੂ ਮਹਾਰਾਜ ਚੱਲ ਗਏ ਤੇ ਭੌਂ ਕਰਕੇ ਬਾਰ-ਬਾਰ ਪਲਟ ਕਰਕੇ ਵੇਖਦੇ। ਮਹਾਰਾਜ ਨੇ ਕਿਹਾ ਹੁਣ ਪਲਟ ਕਰਕੇ ਵੀ ਨਹੀਂ ਵੇਖਣਾ। ਫਿਰ ਪਿਆਰਿਓ ਬਾਬਾ ਲੈਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪਲਟ ਕਰਕੇ ਵੀ ਨਹੀਂ ਵੇਖਿਆ। ਹੁਣ ਇਹ ਬਚਨ ਕਰਦੇ ਕਿ ਮਹਾਰਾਜ ਜਦੋਂ ਆਪ ਜੀ ਦੇ ਆਪਣੇ ਤਨ ਦਾ ਤਿਆਗ ਕਰਨਾ ਉਸ ਵੇਲੇ ਮੈਂ ਆ ਸਕਦਾ ਕਿ ਨਹੀਂ ਆ ਸਕਦਾ। ਆਇਸ ਦੇਹ ਤੋ ਆਉ ਸਮੀਪ। ਜੇ ਆਪ ਜੀ ਆਗਿਆ ਦਿਓਗੇ ਤਾਂ ਹੀ ਸਤਿਗੁਰੂ ਮਹਾਰਾਜ ਮੈਂ ਆ ਸਕਦਾ ਹਾਂ। ਸੁਨ ਬੋਲੇ ਬੇਦੀ ਕੁਲਦੀਪ। ਸੁਣ ਕਰਕੇ ਬੇਦੀ ਕੁਲਦੀਪ ਸਤਿਗੁਰਾਂ ਨੇ ਬਚਨ ਕੀਤਾ। ਤੁਮ ਨਹਿ ਆਓ ਤਬ ਇਤ ਆਸਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੁਸੀਂ ਇਸ ਪਾਸੇ ਆਪ ਨਹੀਂ ਆਓਗੇ ਤਾਂ ਹਮ ਆਵਹਿੰਗੇ ਤੁਮਰੇ ਪਾਸ। ਅਸੀਂ ਆਪ ਚੱਲ ਕਰਕੇ ਤੁਹਾਡੇ ਕੋਲ ਆਉਣਾ ਹੈ। ਜਿਸ ਬਿਦ ਕੋ ਨਹਿ ਸਕਹਿ ਲਖਾਈ। ਇਸ ਤਰ੍ਹਾਂ ਅਸੀਂ ਵਿਦ ਬਣਾ ਕਰਕੇ, ਕਿਉਂਕਿ ਇਹ ਹੁਣ ਸਰੀਰ ਦੀ ਗੱਲ ਨਹੀਂ ਚੱਲ ਰਹੀ ਹੈ, ਇਹ ਆਤਮਾਵਾਂ ਦਾ ਮਿਲਣ ਚੱਲ ਰਿਹਾ ਹੈ ਪਿਆਰਿਓ। ਇਹ ਨਹੀਂ ਹੈ ਕਿ ਸਰੀਰ ਕਰਕੇ ਕੋਈ ਮਿਲਦਾ ਕੋਈ ਵਿਛੜਦਾ। ਸਰੀਰ ਕਰਕੇ ਤਾਂ ਨਜ਼ਰ ਆਪਾਂ ਪਤਾ ਲਾ ਲੈਂਦੇ ਆ, ਵੇਖ ਲੈਂਦੇ ਆ, ਲੇਕਿਨ ਇਹ ਪਿਆਰਿਓ ਆਤਮਿਕ ਤੌਰ ਤੇ ਇਹ ਪ੍ਰੇਮ ਦੀਆਂ ਡੋਰਾਂ ਹਨ। ਸਤਿਗੁਰੂ ਜੀ ਕਹਿਣ ਲੱਗੇ ਆ ਕਰਕੇ ਤਾਂ ਤੁਹਾਨੂੰ ਅਸੀਂ ਆਪ ਮਿਲਣਾ ਹੈ, ਲੇਕਿਨ ਨਜ਼ਰ ਕਿਹਨੂੰ ਵੀ ਨਹੀਂ ਆਵੇਗਾ। ਅਸੀਂ ਰੋਜ਼ ਆਪ ਜੀ ਨੂੰ ਆ ਕਰਕੇ ਦਰਸ਼ਨ ਦੇਣਾ। ਤਿਉ ਤਬ ਆਏ ਮਿਲੈ ਤੁਝ ਤਾਈ। ਉਸ ਤਰ੍ਹਾਂ ਹੀ ਅਸੀਂ ਗੁਪਤ ਤੌਰ ਤੇ ਆਤਮਿਕ ਤੌਰ ਤੇ ਆ ਕਰਕੇ ਤੁਹਾਨੂੰ ਉੱਥੇ ਮਿਲਣਾ ਹੈ, ਤੁਹਾਨੂੰ ਦਰਸ਼ਨ ਦੇਣਾ ਹੈ। ਸੁਨ ਕੈ ਸ਼੍ਰਵਣ ਬਚਨ ਜਗ ਗੁਰ ਕੇ। ਸੁਣ ਕਰਕੇ ਜਗਤ ਗੁਰ ਸੁਆਮੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣ ਕਰਕੇ ਚਲਿਓ ਨਾ ਚਹਿਤ ਨਿਕੇਤ ਬਿਸ਼ਰ ਕੇ। ਚੱਲਣਾ ਤਾਂ ਨਹੀਂ ਚਾਹੁੰਦੇ ਹਨ। ਸਤਿਗੁਰੂ ਮਹਾਰਾਜ ਜੀ ਤੋਂ ਇਹ ਵਿਛੋੜਾ ਸਹਿਆ ਨਾ ਜਾਏ। ਬੇਸ਼ੱਕ ਸਾਰਾ ਵਿਛੋੜਾ ਬੰਦਾ ਬਰਦਾਸ਼ਤ ਕਰ ਲੈਂਦਾ, ਲੇਕਿਨ ਗੁਰੂ ਦਾ ਪਿਆਰਾ ਜਿਹੜਾ ਗੁਰੂ ਦਾ ਵਿਛੋੜਾ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਤਦਪ ਰਜਾਏ ਅਮੋਰ ਸੋ ਪ੍ਰਣ ਜੈ। ਫਿਰ ਵੀ ਪਿਆਰਿਓ ਜਿਨ੍ਹਾਂ ਨੇ ਪ੍ਰਣ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਵਿੱਚ ਚੱਲਣਾ ਹੈ, ਹੁਣ ਆਗਿਆ ਕਰ ਦਿੱਤੀ ਹੈ। ਇਹ ਜਿੱਦ ਨਹੀਂ ਲਾਈ ਸਤਿਗੁਰੂ ਮਹਾਰਾਜ ਮੈਂ ਤੁਹਾਨੂੰ ਵੇਖਣ ਤੋਂ ਬਗੈਰ ਰਹਿ ਨਹੀਂ ਸਕਦਾ ਹਾਂ, ਮੈਂ ਨਹੀਂ ਜਾ ਸਕਦਾ ਮਹਾਰਾਜ ਜੋ ਮਰਜ਼ੀ ਕਰ ਦਿਓ। ਨਹੀਂ ਪਿਆਰਿਓ ਮਹਾਰਾਜ ਜੀ ਨੇ ਆਗਿਆ ਕਰ ਦਿੱਤੀ, ਸੱਤ ਕਰਕੇ ਮੰਨਿਆ। ਭਇਓ ਤਿਆਰ ਚਲਨ ਕੋ ਛਿੰਤ ਹੈ। ਤੁਰੰਤ ਉਸੇ ਛਿਨ ਮਹਾਰਾਜ ਜੀ ਨੇ ਕਿਹਾ ਤੇ ਉਸੇ ਵੇਲੇ ਦਬਾ ਦਬ ਸਤਿਗੁਰਾਂ ਨੇ ਤਿਆਰੀ ਕਰ ਲਈ। ਹਵੈ ਅਧੀਨ ਕਰਹੀ ਅਸ਼ਟਾਂਗ। ਆ ਕਰਕੇ ਸਾਸ਼ਟਾਂਗ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਦੰਡਵਤ ਪ੍ਰਣਾਮ ਕਰਨਾ ਕੀਤਾ। ਬੰਦਹ ਚਰਨ ਕਵਲ ਅਨੁਰਾਗੰ। ਸਤਿਗੁਰੂ ਮਹਾਰਾਜ ਜੀ ਦੇ ਚਰਨ ਕਵਲ ਅਨੁਰਾਗ ਦੇ ਨਾਲ ਬੰਦਨਾ ਕੀਤੀ ਹੈ। ਮਨ ਸੌਂਪਿਓ ਗੁਣ ਖਾਨੀ ਪਾਸ। ਆਪਣਾ ਮਨ ਜਿਹੜਾ ਗੁਨਾਹ ਦੀ ਖਾਨ ਦੇ ਪ੍ਰਤੀ ਅਰਪਣ ਕਰ ਦਿੱਤਾ। ਤਨ ਗਮਨਿਓ ਜਿਤ ਦਿਸ਼ਾ ਆਵਾਸ। ਕਵੀ ਰਾਜ ਵੀ ਕਮਾਲ ਕਰਦੇ ਹਨ, ਕਹਿੰਦੇ ਕਿ ਮਨ ਤਾਂ ਇੱਥੇ ਰਹਿ ਗਿਆ,
ਸਿਰਫ ਸਤਿਗੁਰੂ ਮਹਾਰਾਜ ਜੀ ਦਾ ਤਨ ਜਿਹੜਾ ਖਡੂਰ ਸਾਹਿਬ ਜਾ ਰਿਹਾ ਹੈ। ਦੋਹਰਾ ਵਿਦਾ ਹੋਏ ਜਗ ਗੁਰੂ ਤੇ ਸ੍ਰੀ ਅੰਗਦ ਸੁਖ ਰਾਸ। ਸੁੱਖਾਂ ਦੀ ਰਾਸ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਵਿਦਾ ਹੋ ਕਰਕੇ ਸਨੇ ਸਨੇ ਆਵਤ ਪਏ ਗ੍ਰਾਮ ਖਡੂਰ ਆਵਾਸ। ਬਹੁਤ ਸਨੇ ਪ੍ਰੇਮ ਦੇ ਨਾਲ ਆਪਣੇ ਜੱਦੀ ਪੁਸ਼ਤੀ ਨਗਰ ਖਡੂਰ ਸਾਹਿਬ ਦੇ ਵਿੱਚ ਪਹੁੰਚਣਾ ਕੀਤਾ। ਚੌਪਈ ਮਿਲਹਿ ਤਬਹਿ ਸਗਰੇ ਨਰ ਆਈ। ਜਦੋਂ ਸਤਿਗੁਰੂ ਮਹਾਰਾਜ ਜੀ ਦਾ ਆਗਮਨ ਹੁੰਦਾ ਤੇ ਸਾਰੇ ਨਗਰ ਨਿਵਾਸੀ ਲੋਕ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਮਿਲਦੇ ਹਨ। ਬੰਦਹਿ ਕੁਸ਼ਲ ਬੂਝ ਹਰ ਖਾਈ। ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬੰਦਨਾ ਕਰਦੇ ਕੁਸ਼ਲ ਛੇਮ ਪੁੱਛਦੇ। ਜਥਾ ਜੋਗ ਆਦਰ ਸਭ ਹੀ ਕਾ। ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਦਾ ਯਥਾ ਯੋਗ ਆਦਰ ਸਨਮਾਨ ਕੀਤਾ। ਕਰਤ ਪਏ ਤੇਹਣ ਕੁਲ ਟੀਕਾ। ਤ੍ਰੇਹਣ ਕੁਲ ਟੀਕਾ ਸਤਿਗੁਰੂ ਮਹਾਰਾਜ ਜੀ ਨੇ ਕੀਤਾ ਹੈ। ਸਗਲੀ ਕਲਾ ਵਿਸਾਲ ਦੁਰਾਈ। ਇੰਨੀ ਵੱਡੀ ਜੋ ਕਲਾ ਗੁਰਤਾ ਗੱਦੀ ਦੇ ਮਾਲਕ ਬਣ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਹਿਰਦੇ ਵਿੱਚ ਵਿਦਿਆਮਾਨ ਹੋ ਗਏ। 18 ਸਿੱਧੀਆਂ ਆ ਗਈਆਂ। ਇਹਨੂੰ ਤਾਂ ਕਹਿੰਦੇ ਨਾ ਪਿਆਰਿਓ ਅਜਰ ਨੂੰ ਜਰ ਕਰਕੇ ਰੱਖਣਾ। ਕਈ ਵਾਰੀ ਆਪਣੇ ਜੇਬ ਦੇ ਵਿੱਚ ਜੇ ਥੋੜੀ ਕੋ ਮਾਇਆ ਵੀ ਆ ਜਾਵੇ ਤੇ ਬੰਦਾ ਉਹਨੂੰ ਬੜਾ ਖੜਕਾਉਂਦਾ, ਲੋਕਾਂ ਨੂੰ ਦਿਖਾਉਂਦਾ, ਲੋਕੋ ਮੇਰੇ ਕੋਲ ਬਹੁਤ ਜ਼ਿਆਦੀ ਮਾਇਆ ਹੈ। ਥੋੜੀ ਕੋ ਨਵੀਂ ਕੋਈ ਗੱਡੀ ਲੈ ਲਵੇ ਤੇ ਐਵੇਂ ਗੇੜੇ ਕੱਢੀ ਜਾਂਦਾ ਲੋਕਾਂ ਨੂੰ ਦਿਖਾਉਣ ਵਾਸਤੇ, ਆਪਣੀ ਸ਼ਾਨ ਦਿਖਾਉਣ ਵਾਸਤੇ ਕਿ ਮੇਰੇ ਕੋਲ ਕੀ ਕੁਛ ਨਹੀਂ ਹੈ। ਇੰਨਾ ਸਭ ਕੁਛ ਰਹਿਣ ਦੇ ਬਾਵਜੂਦ ਵੀ ਮਹਾਰਾਜ ਜੀ ਨੇ ਇਹਨੂੰ ਜਰ ਕਰਕੇ ਰੱਖ ਲਿਆ। ਨਹਿ ਕਿਸਕੇ ਸੰਗ ਕਬਹਿ ਜਨਾਈ। ਕਦੇ ਵੀ ਕਿਹਦੇ ਨਾਲ ਇਹ ਨਹੀਂ ਜਨਾਇਆ ਕਿ ਭਾਈ ਮੈਂ ਹੁਣ ਵੱਖਰਾ ਹੋ ਗਿਆ, ਮੈਂ ਹੁਣ ਦਿਵਯ ਪੁਰਸ਼ ਬਣ ਗਿਆ, ਗੁਰੂ ਬਣ ਗਿਆ ਕਰਕੇ। ਜੋ ਹਿਰਦੇ ਕਰ ਬਹੁ ਜਗਿਆਸਾ। ਜਿਹੜੇ ਹਿਰਦੇ ਕਰਕੇ ਬਹੁਤ ਵੱਡੇ ਜਿਹੜੇ ਜਗਿਆਸੂ ਸਨ। ਆਏ ਕਰਹਿ ਸੇਵਾ ਤਿਨ ਪਾਸਾ। ਉਹ ਜਗਿਆਸੂ ਨੂੰ ਪਤਾ ਚੱਲ ਗਿਆ ਕਿ ਅੱਜ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਕੁਛ ਔਰ ਦੇ ਔਰ ਬਣ ਗਏ। ਗਏ ਤਾਂ ਸੀ ਬਾਬਾ ਲੈਣਾ ਜੀ, ਲੈਣਾ ਭਰ ਕੇ ਗਏ, ਹੁਣ ਲੈਣਦਾਰ ਬਣ ਕਰਕੇ ਅੰਗਦ ਬਣ ਕਰਕੇ ਆ ਗਏ। ਉਹ ਜਗਿਆਸੂ ਨੂੰ ਪਤਾ ਚੱਲ ਗਿਆ ਕਿ ਭਾਈ ਕਿਉਂਕਿ ਇਹ ਗੱਲ ਲੁਕੀ ਛੁਪੀ ਥੋੜੀ ਰਹਿ ਸਕਦੀ ਹੈ, ਪਹਿਚਾਨਣ ਵਾਲਾ ਤਾਂ ਪਹਿਚਾਨ ਹੀ ਲੈਂਦਾ। ਉਹਨਾਂ ਨੇ ਪਹਿਚਾਨ ਲਿਆ ਤੇ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ। ਤਬ ਉਪਦੇਸ਼ ਹੈ ਹਿਤ ਕਲਿਆਣਾ। ਜਦੋਂ ਉਹ ਆ ਕਰਕੇ ਬੇਨਤੀਆਂ ਕਰਦੇ ਤਾਂ ਸਤਿਗੁਰੂ ਮਹਾਰਾਜ ਉਹਨਾਂ ਦੇ ਤਾਂ ਹੀ ਉਪਦੇਸ਼ ਦਿੰਦੇ ਹਨ। ਪਰੇ ਕੁਬੰਧਨ ਕਰਹਿ ਹਾਨ। ਉਹਨਾਂ ਦੇ ਖੋਟੇ ਬੰਧਨਾਂ ਦਾ ਮਹਾਰਾਜ ਜੀ ਨਾਸ਼ ਕਰਦੇ। ਨਿਜ ਪ੍ਰਤਾਪ ਜੋ ਸਰਬ ਛਿਪਾ। ਆਪਣਾ ਨਿਜ ਪ੍ਰਤਾਪ ਸਤਿਗੁਰੂ ਮਹਾਰਾਜ ਜੀ ਨੇ ਲੁਕਾ ਕੇ ਛੁਪਾ ਕੇ ਰੱਖਣਾ ਕੀਤਾ। ਸੂਰਜ ਮਨਹੁ ਬੀਚ ਘਟ ਪਾਵਾ। ਕਵੀ ਰਾਜੀ ਦ੍ਰਿਸ਼ਟਾਂਤ ਦਿੰਦੇ ਜਿਸ ਤਰ੍ਹਾਂ ਕਿ ਸੂਰਜ ਜਿਹੜਾ ਹੁੰਦਾ ਨਾ, ਕਈ ਵਾਰੀ ਪਿਆਰਿਓ ਆਪ ਜੀ ਵੇਖਿਓ ਭਰੀ ਦੁਪਹਿਰੀ ਦੇ ਵਿੱਚ ਕਈ ਵਾਰੀ ਬਦਲ ਆ ਕਰਕੇ ਸੂਰਜ ਨੂੰ ਢੱਕ ਲੈਂਦੇ ਹਨ, ਛੁਪਾ ਲੈਂਦੇ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਛੁਪ ਕੇ ਰਹਿੰਦੇ। ਕਿਨਹੁ ਨਾ ਅਜਰ ਜਰਿਓ ਇਨ ਜੈਸੇ। ਇਹਨਾਂ ਨੇ ਜਿਸ ਤਰ੍ਹਾਂ ਅਜਰ ਸ਼ਕਤੀ ਨੂੰ ਜਰ ਕੇ ਰੱਖਣਾ ਕੀਤਾ, ਨਾ ਭੂਤੋ ਨਾ ਭਵਿਸ਼ਯਤੀ, ਭਾਵ ਕਿ ਇਸ ਤਰ੍ਹਾਂ ਦਾ ਕੰਮ ਨਾ ਭੂਤਕਾਲ ਨਾ ਭਵਿਸ਼ ਦੇ ਵਿੱਚ ਕਿਹਨੇ ਕਰਨਾ। ਤੀਨ ਕਾਲ ਮਹਿ ਭਇਓ ਨਾ ਐਸੇ। 3 ਕਾਲ ਦੇ ਵਿੱਚ ਭੂਤ ਭਵਿਸ਼ ਤੇ ਵਰਤਮਾਨ ਦੇ ਵਿੱਚ ਵੀ ਇਹੋ ਜਿਹਾ ਜਿਹੜਾ ਕੋਈ ਮਹਾਂਪੁਰਖ ਸਤਿਗੁਰੂ ਨਹੀਂ ਹੋਏ ਤੇ ਜਿਨ੍ਹਾਂ ਨੇ ਅਜਰ ਨੂੰ ਜਰ ਕੇ ਰੱਖਿਆ ਹੈ। ਉਤਪਤ ਪਾਲਨ ਸ਼ਕਤ ਤ੍ਰਿਲੋਕੰ। ਜਿਨ੍ਹਾਂ ਦੇ ਅੰਦਰ ਤ੍ਰੈਲੋਕੀ ਦੀ ਉਤਪਤੀ ਕਰਨੀ ਹੈ, ਉਹਦੀ ਲਹਿਤਾ ਕਰਨੀ ਹੈ, ਪਾਲਣਾ ਕਰਨੀ, ਸਾਰੀ ਸ਼ਕਤੀ ਮੌਜੂਦ ਹੈ। ਸਿੰਧ ਸੁਕਤ ਮਹਿ ਸਭ ਜਨ ਰੋਕੋ। ਇਹੋ ਜੀ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਕਲਾ ਹੈ ਕਿ ਮਾਨੋ ਕਿ ਗਾਗਰ ਦੇ ਵਿੱਚ ਸਾਗਰ ਸਮਾ ਗਿਆ, ਨਿੱਕੀ ਜੀ ਸਿੱਪੀ ਦੇ ਵਿੱਚ ਜਿਹੜੀ ਹੈ ਸਮੁੰਦਰ ਸਾਰਾ ਜਿਹੜਾ ਹੈ ਸਮਾ ਗਿਆ। ਇੰਨਾ ਸਭ ਕੁਝ ਰਹਿਣ ਦੇ ਬਾਵਜੂਦ, ਇੰਨੀ ਵੱਡੀ ਸ਼ਕਤੀ ਦੇ ਮਾਲਕ ਬਣਨ ਦੇ ਬਾਵਜੂਦ ਵੀ ਆਪਣਾ ਆਪਾ ਕਦੇ ਨਹੀਂ ਜਨਾਇਆ। ਮੁਸ਼ਟ ਬਿਖੈ ਨਭ ਸਭ ਲਿਆ ਜੈਸੇ। ਜਿਸ ਤਰ੍ਹਾਂ ਕਿਸੇ ਬੰਦੇ ਨੇ ਸਾਰਾ ਆਕਾਸ਼ ਮੰਡਲ ਆਪਣੀ ਮੁੱਠੀ ਦੇ ਵਿੱਚ ਲੈ ਲਿਆ ਹੋਵੇ। ਇਸ ਬਿਦ ਰਹੇ ਸਦਨ ਨਿਜ ਬੈਸੇ। ਇੰਨੀ ਸ਼ਕਤੀ ਦੇ ਧਾਰਨੀ ਬਣ ਕਰਕੇ ਵੀ ਸਤਿਗੁਰੂ ਮਹਾਰਾਜ ਆਪਣੇ ਘਰ ਦੇ ਵਿੱਚ ਆਮ ਜਿਸ ਤਰ੍ਹਾਂ ਲੋਕੀ ਆਪਣਾ ਜੀਵਨ ਬਤੀਤ ਕਰਦੇ ਹਨ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ
ਆਪਣਾ ਜੀਵਨ ਜਿਹੜਾ ਹੈ ਸਮਰਪਿਤ ਭਾਵ ਦੇ ਨਾਲ ਬਤੀਤ ਕਰਦੇ। ਤਿਨ ਕੇ ਸ਼੍ਰੀ ਪਦ ਪੰਕਜ ਤਾਈ ਇਹੋ ਜੇ ਸਤਿਗੁਰੂ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੋਂ ਕਵੀ ਸੰਤੋਖ ਸਿੰਘ ਬੰਧਨ ਗਾਈ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਾਰ-ਬਾਰ ਬੰਧਨ ਕਰਦਾ ਹਾਂ, ਡੰਡੌਤ ਕਰਦਾ ਹਾਂ। ਤਹਿ ਪਛਾਤ ਜੋ ਭਇਓ ਪ੍ਰਸੰਗਾ ਉਹ ਤੋਂ ਬਾਅਦ ਜੋ ਸਤਿਗੁਰੂ ਮਹਾਰਾਜ ਜੀ ਦਾ ਜੋ ਪ੍ਰਸੰਗ ਹੋਇਆ ਹੈ, ਸੁਨਹੁ ਸੋ ਸ਼ਰੋਤਾ ਸੰਗ ਉਮੰਗਾ। ਕਹਿੰਦੇ ਕਿ ਐ ਸ਼ਰੋਤਾ ਗਣੋ, ਕਥਾ ਨੂੰ ਸਰਵਣ ਕਰਨ ਵਾਲਿਓ, ਉਹ ਕਥਾ ਜਿਹੜੀ ਹੈ ਉਹਨੂੰ ਆਪ ਜੀ ਨੂੰ ਅਸੀਂ ਸਰਵਣ ਕਰਾਉਂਦੇ ਆ, ਉਹਨੂੰ ਸਰਵਣ ਕਰਨਾ ਕਰੋ। ਸ਼੍ਰੀ ਨਾਨਕ ਜਸ ਤੇ ਨਾ ਉਚਾਟਾ ਇਹ ਨਾ ਹੋਣਾ ਕਰੋ ਕਿ ਭਾਈ ਹੁਣ ਸਤਿਗੁਰੂ ਮਹਾਰਾਜ ਜੀ ਦਾ ਜਸ ਖਤਮ ਹੋ ਗਿਆ। ਨਹੀਂ ਪਿਆਰਿਓ, ਇਹ ਤੋਂ ਉਚਾਟ ਉਪਰਾਮ ਨਾ ਹੋਣਾ ਕਰੋ। ਹਾਲੇ ਹੁਣ ਤਾਂ ਸਤਿਗੁਰੂ ਗੁਰ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੇ ਵਿੱਚ ਉਹ ਪਹੁੰਚ ਗਏ। ਹੁਣ ਸਾਡਾ ਧਿਆਨ ਜਿਹੜਾ ਖਡੂਰ ਸਾਹਿਬ ਤੋਂ ਫਿਰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੌਜੂਦ ਹਨ, ਉੱਥੇ ਸਾਡਾ ਧਿਆਨ ਕਵੀ ਰਾਜ ਜੀ ਆਕਰਸ਼ਿਤ ਕਰਦੇ ਹਨ। ਸੁਨ ਸੁਨ ਸਦਾ ਬੰਧ ਨਿਜ ਕਾਟਾ ਸੁਨ ਸੁਨ ਕਰਕੇ ਇਹ ਜੋ ਪਾਵਨ ਕਥਾ ਜੋ ਹੈ ਇਹਨੂੰ ਸਰਵਣ ਕਰਕੇ ਆਪਣੇ ਨਿਜ ਬੰਧਨ ਜਿਹੜੇ ਹਨ ਇਹਨੂੰ ਆਪ ਜੀ ਕੱਟਣਾ ਕਰੋ। ਇਸ ਤਰ੍ਹਾਂ ਇੰਨੀਆਂ ਕੋ ਬੇਨਤੀਆਂ ਅੱਜ ਦੇ ਦੀਵਾਨ ਦੇ ਵਿੱਚ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਸਾਰੀਆਂ ਸੰਗਤਾਂ ਦੇ ਤਾਈਂ ਪਿਆਰਿਓ ਤਖਤ ਸਾਹਿਬ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਨੂੰ ਦੇਹ ਰੋਗਤਾ ਦੀ ਜਾਚਨਾ ਕਰਦੇ ਹੋਏ ਤਖਤ ਸੱਚਖੰਡ ਬੋਰਡ ਵੱਲੋਂ ਮਿਤੀ 1/8 ਨੂੰ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋ ਚੁੱਕੇ ਹਨ। 3 ਤਾਰੀਖ ਨੂੰ ਪਾਠਾਂ ਦੇ ਭੋਗ ਪੈਣਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੀ ਦੇਹ ਅਰੋਗਤਾ ਦੇ ਵਾਸਤੇ ਸ੍ਰੀ ਜਪਜੀ ਸਾਹਿਬ ਜਾਂ ਸ੍ਰੀ ਸੁਖਮਨੀ ਸਾਹਿਬ ਜਾਂ ਚੌਪਈ ਸਾਹਿਬ ਜੀ ਦੇ ਪਾਠ ਕਰਕੇ ਬਾਣੀ ਦਾ ਮਹਾਤਮ ਸੰਤ ਬਾਬਾ ਕੁਲਵੰਤ ਸਿੰਘ ਜੀ ਨੂੰ ਬਖਸ਼ਣ, ਇਸ ਤਰ੍ਹਾਂ ਦੀ ਅਰਦਾਸ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮੱਧ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ हे संतां कै सदा संग निधारा आधार हे ठाकुर होंदा सरो मैं निर्गुण गुण नहीं कोय नानक दीजै नाम दान राखों हिया परोए आए प्रभ शरणागति कृपा निध दयाल एक अखर हर मन बसत नानक होत निहाल वाहिगुरु नाम जहाज है चढ़ै सो उतरै पार जो शरधा कर सेवंदे गुर पार उतारण हार कथा निता प्रत होत है सुनहो सो सिंह सुजान नानक गुरु गोबिंद सिंह जी सदा करै कल्याण नानक गुरु गोबिंद सिंह जी सदा करै कल्याण। एक ओंकार सतनाम करता पुरख ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ
ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫੀ ਬਖਸ਼ਣੀਆਂ ਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ